ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 1366 ਤੇ 41 ਨੰਬਰ ਤੋਂ ਬਾਅਦ ਹੈ। ਕਬੀਰ ਐਸਾ ਕੋਈ ਨਾ ਜਨਮਿਓ, ਆਪਣੇ ਘਰ ਲਾਵੈ ਆਗ, ਪਾਂਚੋਂ ਲੜਕਾ ਜਾਰ ਕੈ, ਰਹਿ ਰਾਮ ਲਿਵ ਲਾਗ। ਕਬੀਰ ਸਾਹਿਬ ਕਹਿੰਦੇ ਇਹ ਤਾਂ ਕੋਈ ਵਿਰਲਾ ਟਾਵਾਂ ਪੈਦਾ ਹੋਇਆ ਜਿਹੜਾ ਆਪਣੇ ਘਰ ਨੂੰ ਅੱਗ ਲਾ ਲਏ। ਤੁਸੀਂ ਕਹੋ ਵੀ ਆਪਣੇ ਘਰ ਨੂੰ ਅੱਗ ਲਾਉਣੀ ਹੈ। ਇੱਥੇ ਅੱਗ ਲਾਉਣ ਤੋਂ ਅੱਗ ਕਾਸ ਨੂੰ ਲਾਉਣੀ ਹੈ। ਪਾਂਚੋਂ ਲੜਕਾ ਜਾਰ ਕੇ, ਜਾਰ ਕੇ ਸਾੜ ਕੇ, ਉਹ ਜਿਹੜੀ ਅੱਗ ਲਾਉਣੀ ਹੈ ਉਹਦੇ ਨਾਲ ਅਸੀਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਪੰਜੇ ਲੜਕੇ ਸਾੜ ਦੇਣੇ। ਇਹਨੂੰ ਹਿੰਦੂ ਧਰਮ 'ਚ ਬ੍ਰਹਮ ਅਗਨੀ ਕਹਿੰਦੇ ਨੇ, ਸਿੱਖ ਧਰਮ 'ਚ ਬ੍ਰਹਮ ਗਿਆਨ ਕਹਿੰਦੇ ਨੇ। ਜਿੰਨਾ ਚਿਰ ਅੰਦਰ ਬ੍ਰਹਮ ਅਗਨੀ ਪੈਦਾ ਨਹੀਂ ਹੁੰਦੀ, ਇਹ ਅੰਦਰਲੇ ਜਿਹੜੇ ਦੋਸ਼ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਨਹੀਂ ਛੱਡਦੇ। ਉਹਨਾਂ ਸ਼ਬਦਾਂ ਨੇ ਸਿੱਖ ਧਰਮ 'ਚ ਕਿਹਾ ਕਿ ਜਿੰਨਾ ਚਿਰ ਮਨੁੱਖ ਬ੍ਰਹਮ ਗਿਆਨੀ ਨਹੀਂ ਹੋ ਜਾਂਦਾ, ਇਹ ਬੁਰਾਈਆਂ ਅੰਦਰ ਹੀ ਰਹਿੰਦੀਆਂ ਨੇ। ਹਾਂ, ਇੰਨਾ ਜਿਹੜਾ ਗੁਰਮੁਖ ਹੁੰਦਾ ਹੈ ਉਹ ਜਿਹੜਾ ਹੈ ਗੁਰੂ ਦੇ ਭੈ 'ਚ ਰਹਿੰਦਾ ਹੈ। ਇਸ ਲਈ ਇਹਨਾਂ ਦੇ ਅਧੀਨ ਆ ਕੇ ਮਾੜੇ ਕੰਮ ਨਹੀਂ ਕਰਦਾ। ਉਹਨੂੰ ਗਿਆਨ ਹੁੰਦਾ, ਪਰ ਬੁਰਾਈਆਂ ਅੰਦਰ ਹੀ ਹੁੰਦੀਆਂ ਨੇ। ਇਸੇ ਲਈ ਮਨ ਨੂੰ ਖੋਟਾ ਕਿਹਾ, ਮਨ ਖੋਟਹਰ ਤੇਰਾ ਨਹੀਂ ਵਿਸ਼ਵਾਸ। ਹੈ ਖੋਟੇ ਮਨ, ਤੇਰਾ ਕੋਈ ਵਿਸ਼ਵਾਸ ਨਹੀਂ। ਦੇਖਣ 'ਚ ਆਇਆ ਜੋ ਅੱਜ ਨਾਸਤਿਕ ਹੈ ਇਹ ਕਿਸੇ ਦਿਨ ਆਸਤਿਕ ਹੋ ਸਕਦਾ, ਅਤੇ ਜਿਹੜਾ ਆਸਤਿਕ ਹੈ ਇਹ ਕਦੇ ਵੀ ਨਾਸਤਿਕ ਹੋ ਸਕਦਾ ਹੈ। ਉਹ ਬਹੁਤ ਹੀ ਘੱਟ ਲੋਕ ਨੇ, ਕਰੋੜਾਂ 'ਚੋਂ ਇੱਕ ਅੱਧਾ ਹੁੰਦਾ ਹੈ ਕਿ ਸਾਰੀ ਉਮਰ ਹੀ ਨਾਸਤਿਕ ਰਿਹਾ ਜਾਂ ਸਾਰੀ ਉਮਰ ਹੀ ਆਸਤਿਕ ਰਿਹਾ। ਨਹੀਂ ਤਾਂ ਕਈ ਲੋਕ ਪਹਿਲਾਂ ਨਾਸਤਿਕ ਹੁੰਦੇ ਨੇ, ਬਾਅਦ ਦੇ ਵਿੱਚ ਆਸਤਿਕ ਹੋ ਜਾਂਦੇ ਨੇ। ਕਈ ਆਸਤਿਕ ਰਹੇ ਹੁੰਦੇ ਨੇ, ਕਿਸੇ ਦੁਖਦਾਈ ਘਟਨਾ ਵਾਪਰਨ ਤੋਂ ਬਾਅਦ ਨਾਸਤਿਕ ਹੋ ਜਾਂਦੇ ਨੇ। ਕਿਉਂ? ਕਿਉਂਕਿ ਅੰਦਰ ਬੁਰਾਈਆਂ ਨੇ। ਉਹ ਬੁਰਾਈਆਂ ਸਾਡੇ ਜੀਵਨ ਨੂੰ ਬਦਲਦੀਆਂ ਰਹਿੰਦੀਆਂ ਨੇ। ਜਿਹੜਾ ਗੁਰੂ ਵਾਲਾ ਹੁੰਦਾ ਹੈ, ਜਿਹੜਾ ਗੁਰੂ ਦੇ ਭੈ 'ਚ ਰਹਿੰਦਾ ਹੈ, ਨਿਰਾ ਗੁਰੂ ਵਾਲਾ ਹੋਣ ਨਾਲ ਗੱਲ ਨਹੀਂ ਬਣਦੀ। ਗੁਰੂ ਦੇ ਭੈ 'ਚ ਰਹਿਣਾ ਜ਼ਰੂਰੀ ਹੈ ਕਿ ਜਿਸ ਗੁਰੂ ਦਾ ਮੈਂ ਸਿੱਖ ਹਾਂ, ਅਗਰ ਮੈਂ ਗੁਰੂ ਦੀ ਇੱਛਾ ਅਨੁਸਾਰ ਕੋਈ ਗਲਤ ਕੰਮ ਕੀਤਾ, ਇੱਛਾ ਦੇ ਵਿਰੁੱਧ, ਤਾਂ ਫਿਰ ਗੁਰੂ ਮਹਾਰਾਜ ਮੇਰੇ ਨਾਲ ਨਾਰਾਜ਼ ਹੋਣਗੇ, ਕਿਉਂਕਿ ਉਹ ਤਾਂ ਜਾਣੀ ਜਾਣ ਨੇ। ਅਸੀਂ ਸੰਸਾਰ ਤੋਂ, ਲੋਕਾਂ ਤੋਂ ਬਹੁਤ ਉੱਚੇ ਛੁਪਾ ਸਕਦੇ ਹਾਂ, ਪਰ ਗੁਰੂ ਮਹਾਰਾਜ ਤੋਂ ਕੁਝ ਵੀ ਨਹੀਂ ਛੁਪਾ ਸਕਦੇ, ਕਿਉਂਕਿ ਉਹ ਜਾਣੀ ਜਾਣ, ਉਹ ਜਾਣੀ ਜਾਣ। ਅਤੇ ਜਿਹਦੇ ਅਸੀਂ ਸਿੱਖ ਹਾਂ ਉਹ ਜਾਣੀ ਜਾਣ ਹੈ, ਅਤੇ ਫਿਰ ਉਹ ਵੇਖ ਰਹੇ ਨੇ ਕਿ ਮੇਰਾ ਸਿੱਖ ਕਰ ਕੀ ਰਿਹਾ ਹੈ। ਇਸ ਲਈ ਜੇ ਅਸੀਂ ਗੁਰੂ ਦੇ ਭੈ 'ਚ ਰਹੀਏ, ਇਹ ਬੁਰਾਈਆਂ ਦਬ ਜਾਣਗੀਆਂ, ਮਰਨਗੀਆਂ ਨਹੀਂ, ਇਹ ਦਬ ਜਾਣਗੀਆਂ। ਅਸੀਂ ਕੋਈ ਬੁਰਾ ਕਰਮ ਨਹੀਂ ਕਰਾਂਗੇ ਕਿ ਗੁਰੂ ਦਾ ਭੈ ਹੈ। ਇਹ ਜਿਹੜਾ ਬੰਦਾ ਤੁਸੀਂ ਥੋੜ੍ਹਾ ਬਹੁਤਾ ਠੀਕ ਸਮਝ ਰਹੇ ਨਾ ਕਿਸੇ ਨੂੰ, ਇਹਨੂੰ ਕਿਸੇ ਨਾ ਕਿਸੇ ਦਾ ਡਰ ਹੈ, ਇਸ ਲਈ ਤਾਂ ਇਹ ਠੀਕ ਹੈ। ਜਿਨ੍ਹਾਂ ਨੂੰ ਕਿਸੇ ਦਾ ਡਰ ਨਹੀਂ ਹੁੰਦਾ, ਪੂਰੇ ਵਿਗੜੇ ਹੁੰਦੇ ਨੇ।
ਉਹ ਬੱਚੇ ਜਿਹੜੇ ਮਾਂ ਪਿਓ ਤੋਂ ਨਹੀਂ ਡਰਦੇ ਉਹ ਵਿਗੜ ਜਾਂਦੇ ਨੇ, ਉਹਦਾ ਡਰ ਹੀ ਚੱਕ ਗਿਆ ਹੈ। ਜਿਹੜੇ ਵਿਦਿਆਰਥੀ ਟੀਚਰ ਤੋਂ ਨਹੀਂ ਡਰਦੇ ਉਹ ਵੀ ਵਿਦਿਆਰਥੀ ਵਿਗੜ ਜਾਂਦੇ ਨੇ। ਉਹ ਲੋਕ ਜਿਹੜੇ ਕਾਨੂੰਨ ਤੋਂ ਨਹੀਂ ਡਰਦੇ ਉਹ ਵੀ ਵਿਗੜ ਜਾਂਦੇ ਨੇ। ਇਹ ਜਿਹੜਾ ਡਰ ਹੈ ਇਹ ਮਨੁੱਖ ਨੂੰ ਕੁਝ ਠੀਕ ਰੱਖਦਾ ਹੈ। ਸੋ ਇਸ ਲਈ ਕਹਿੰਦੇ ਕੋਈ ਵਿਰਲਾ ਟਾਵੇਂ ਸੰਸਾਰ 'ਚ ਜਿਹੜਾ ਆਪਣੇ ਘਰ ਨੂੰ ਅੱਗ ਲਾ ਦੇ। ਭਾਵ ਆਪਣੇ ਅੰਦਰੋਂ ਇਹ ਪੰਜੇ ਲੜਕੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਯਾਰ ਨਾ ਸਾੜ ਕੇ ਇਹਨਾਂ ਨੂੰ ਸਾੜ ਦੇਵੇ। ਰਹਿ ਰਾਮ ਲਿਵ ਲਾਗ, ਤੇ ਪਰਮਾਤਮਾ ਲਿਵ ਲਾ ਕੇ ਰੱਖੇ। ਇਹ ਕੋਈ ਵਿਰਲਾ ਟਾਵਾਂ ਹੁੰਦਾ, ਕਿਉਂਕਿ ਮੈਂ ਦੇਖਿਆ ਚਾਹੇ ਤੁਸੀਂ ਆਪਣੇ ਨੂੰ ਸੰਤ ਮਹਾਤਮਾ ਕਹਿਲਾਈ ਜਾਓ, ਚਾਹੇ ਆਪਣੇ ਆਪ ਨੂੰ ਗੁਰੂ ਕਹਿਲਾਈ ਜਾਓ, ਅਗਰ ਤੁਸੀਂ ਬ੍ਰਹਮ ਗਿਆਨੀ ਨਹੀਂ ਤਾਂ ਕਿਸੇ ਵੇਲੇ ਵੀ ਤੁਹਾਡੇ ਤੋਂ ਗਲਤੀ ਹੋ ਸਕਦੀ ਹੈ। ਜਿਹੜੇ ਬ੍ਰਹਮ ਗਿਆਨੀ ਨਹੀਂ ਸਨ, ਉਂਝ ਸੰਤ ਮਹਾਤਮਾ ਬੜੇ ਵੱਡੇ ਵੱਡੇ ਬਣੇ ਹੋਏ ਸਨ, ਅੱਜ ਜੇਲ੍ਹਾਂ 'ਚ ਬੈਠੇ ਨੇ। ਕਿਉਂ? ਕਿਉਂਕਿ ਬ੍ਰਹਮ ਗਿਆਨੀ ਤਾਂ ਹੈ ਨਹੀਂ ਸਨ। ਅੰਦਰੋਂ ਪੰਜੇ ਲੜਕੇ ਤਾਂ ਮਰੇ ਨਾ, ਉਹ ਤਾਂ ਜਿਉਂਦੇ ਸਨ। ਜਦੋਂ ਕਿਸੇ ਇੱਕ ਨੂੰ ਵੀ ਮੌਕਾ ਲੱਗਿਆ ਉਹਨੇ ਗੜਬੜ ਕਰਤੀ। ਇਹ ਪੰਜਾਂ 'ਚੋਂ ਇੱਕ ਨਹੀਂ ਗੜਬੜ ਕਰਤੀ, ਪੰਜਾਂ 'ਚੋਂ ਇੱਕ ਵਿਗੜ ਗਿਆ, ਉਹਨੇ ਜੇਲ੍ਹ ਕਰਾਤੀ। ਬ੍ਰਹਮ ਗਿਆਨ ਜਦੋਂ ਹੋ ਜਾਂਦਾ ਹੈ, ਜਿਹਨੂੰ ਬ੍ਰਹਮ ਅਗਨੀ ਕਿਹਾ ਹਿੰਦੂ ਧਰਮ ਦੇ ਵਿੱਚ, ਫਿਰ ਇਹ ਪੰਜੇ ਦੇ ਪੰਜੇ ਜਿਹੜੇ ਨੇ ਆਪਣੇ ਆਪ ਹੀ ਸੜ ਜਾਂਦੇ। ਜਦੋਂ ਇਹ ਰਹੇ ਹੀ ਨਾ ਤਾਂ ਫਿਰ ਗਲਤੀ ਹੋ ਹੀ ਨਹੀਂ ਸਕਦੀ। ਬ੍ਰਹਮ ਗਿਆਨ ਹੋ ਜਾਣ ਤੋਂ ਬਾਅਦ ਆਪਣੀ ਮੱਤ ਖਤਮ ਹੋ ਜਾਂਦੀ ਹੈ। ਇਸ ਮਨੁੱਖ ਦੇ ਵਿੱਚ ਰੱਬੀ ਮੱਤ ਪੈਦਾ ਹੋ ਜਾਂਦੀ ਹੈ। ਇਹਦੀ ਮੱਤ ਬਹੁਤ ਉੱਚੀ ਹੋ ਜਾਂਦੀ ਹੈ। ਇਹਦੀ ਰੱਬੀ ਮੱਤ ਹੋ ਜਾਂਦੀ ਹੈ, ਰੱਬੀ ਸੋਚ ਹੋ ਜਾਂਦੀ ਹੈ। ਸੰਸਾਰਕ ਸੋਚ ਹੀ ਨਹੀਂ ਰਹਿੰਦੀ, ਸੰਸਾਰ ਦਾ ਉਸ 'ਤੇ ਪ੍ਰਭਾਵ ਹੀ ਨਹੀਂ ਰਹਿੰਦਾ, ਸਗੋਂ ਉਹ ਸੰਸਾਰ ਨੂੰ ਪ੍ਰਭਾਵਿਤ ਕਰਦਾ ਹੈ। ਅਤੇ ਇਹੋ ਜਿਹਾ ਕਹਿੰਦੇ ਕੋਈ ਵਿਰਲਾ ਟਾਵੇਂ ਪੈਦਾ ਹੁੰਦਾ। ਬ੍ਰਹਮ ਗਿਆਨੀ ਕਹਿੰਦੇ ਕੋਟੜ ਮੇ ਕੋ ਕਰੋੜਾਂ ਮਗਰ ਕੋਈ ਇੱਕ ਅੱਧਾ ਬ੍ਰਹਮ ਗਿਆਨੀ ਹੁੰਦਾ। ਆਪਣੇ ਨਾਮ ਨਾਲ ਚੇਲਿਆਂ ਤੋਂ ਜੋ ਮਰਜ਼ੀ ਲਿਖਵਾ ਲਓ। ਹੁਣ ਥੋੜ੍ਹੇ ਘੱਟ ਗਿਆ ਰਿਵਾਜ਼, ਹੁਣ ਤਾਂ ਕੋਈ ਸੰਤ ਵੀ ਨਹੀਂ ਲਿਖਾਉਂਦੇ ਆਪਣੇ ਨਾਮ ਨਾਲ। ਨਹੀਂ ਤਾਂ ਪਹਿਲਾਂ ਸ਼੍ਰੀਮਾਨ 108 ਸੰਤ ਫਲਾਣਾ ਸਿੰਘ ਬ੍ਰਹਮ ਗਿਆਨੀ 108। ਹੁਣ ਪੁੱਛੇ 108 ਦਾ ਮਤਲਬ ਕੀ ਹੈ? ਕਦੇ ਮਤਲਬ ਨਹੀਂ ਸਾਨੂੰ ਪਤਾ ਜੀ, ਲਿਖਿਆ ਹੁੰਦਾ ਸੰਤਾਂ ਨਾਲ 108। ਮੈਂ ਫਿਰ ਤਾਂ ਕੋਈ ਆਪਣੇ ਸੰਤ ਨੇ 1008 ਲਿਖ ਲਏਗਾ, ਸਾਡਾ ਤੁਹਾਡੇ ਤੋਂ ਵੀ ਵੱਡਾ, ਸਾਡਾ ਤੁਹਾਡੇ ਤੋਂ ਵੀ ਵੱਡਾ। ਲਿਖਣ ਨਾਲ ਨਹੀਂ ਗੱਲ ਬਣਿਆ ਕਰਦੀ। ਮੈਂ ਆਪਣੇ ਨਾਮ ਮਗਰ ਲਿਖ ਜੈਮਲ ਸਿੰਘ ਖਾਲਸਾ, ਕੀ ਲਿਖਣ ਨਾਲ ਮੈਂ ਖਾਲਸਾ ਹੋ ਜਾਵਾਂਗਾ? ਖਾਲਸਾ ਹੋਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ। ਜਿਹੜਾ ਵਾਕਈ ਖਾਲਸਾ ਹੋ ਜਾਂਦਾ ਨਾ, ਉਹ ਤਾਂ ਦਸਮ ਪਾਤਸ਼ਾਹ ਕਹਿੰਦੇ ਹੇ ਖਾਲਸਾ, ਪਰਮਾਤਮਾ ਵਿੱਚ, ਮੇਰੇ ਵਿੱਚ ਅਤੇ ਤੇਰੇ ਵਿੱਚ ਹੁਣ ਕੋਈ ਫਰਕ ਨਹੀਂ ਰਿਹਾ। ਬੰਦਾ ਇੰਨੀ ਉੱਚੀ ਅਵਸਥਾ 'ਤੇ ਚਲੇ ਜਾਂਦਾ ਹੈ ਜੇ ਕਿਤੇ ਖਾਲਸੇ ਵਾਲੇ ਗੁਣ ਉਹਦੇ 'ਚ ਪੈਦਾ ਹੋ ਜਾਣ, ਜਿਹੜੇ ਦਸਮ ਪਾਤਸ਼ਾਹ ਨੇ ਖਾਲਸੇ ਦੀ ਡੈਫੀਨੇਸ਼ਨ 'ਚ ਲਿਖੇ ਹੋਏ ਹਨ। ਇਸ ਲਈ ਕਹਿੰਦੇ ਕੋਈ ਵਿਰਲਾ ਟਾਵਾਂ ਜੰਮੇ ਜਿਹੜਾ ਆਪਣੇ ਘਰ ਨੂੰ ਅੱਗ ਲਾ ਲੈ। ਉਹ ਅੱਗ ਲਾ ਕੇ ਆਪਣਾ ਘਰ ਨਹੀਂ ਸਾੜਨਾ, ਕਿਤੇ ਘਰ ਹੀ ਸਾੜ ਲਓ। ਅੱਗ ਲਾਉਣੀ ਜੇ ਅੰਦਰ ਬੁਰਾਈਆਂ ਜਿਹੜੀਆਂ ਨੇ ਉਹਨਾਂ ਨੂੰ ਸਾੜਨਾ, ਆਹ ਭਾਵ ਹੈ। ਅਤੇ ਜਦੋਂ ਬੁਰਾਈਆਂ ਸੜ ਜਾਣਗੀਆਂ, ਕਬੀਰ ਸਾਹਿਬ ਕਹਿੰਦੇ ਰਹਿ ਰਾਮ ਲਿਵ ਲਾਗ, ਫਿਰ ਇਸ ਬੰਦੇ ਦੀ ਲਿਵ ਪਰਮਾਤਮਾ ਨਾਲ ਲੱਗ ਜਾਂਦੀ ਹੈ।
ਕਿ ਉਹਦਾ ਧਿਆਨ ਇੱਧਰ ਉੱਧਰ ਨੂੰ ਜਾਂਦਾ ਹੀ ਨਹੀਂ। ਇਹ ਜਿਹੜੀਆਂ ਬੁਰਾਈਆਂ ਨੇ ਸਾਡੇ ਧਿਆਨ ਨੂੰ ਇੱਧਰ ਉੱਧਰ ਨੂੰ ਜਾਂਦੀਆਂ ਨੇ। ਜਦੋਂ ਅੰਦਰ ਬੁਰਾਈ ਕੋਈ ਨਾ ਰਹੀ, ਫਿਰ ਧਿਆਨ ਨੇ ਇੱਧਰ ਉੱਧਰ ਕਿੱਧਰ ਜਾਣਾ, ਫਿਰ ਲੇਪ ਪਰਮਾਤਮਾ ਨਾਲ ਉਹਦੀ ਲੱਗ ਜਾਂਦੀ ਹੈ। ਅੱਗੇ ਕਹਿੰਦੇ, ਕੋ ਹੈ ਲੜਕਾ ਵੇਚਈ, ਲੜਕੀ ਵੇਚੈ ਕੋਏ, ਸਾਂਝਾ ਕਰੇ ਕਬੀਰ ਸਿਉ, ਹਰ ਸੰਗ ਬਣਜ ਕਰੇ। ਲੜਕਾ ਭਾਵ ਲੜਕਾ ਭਾਵ ਮਨ, ਲੜਕੀ ਭਾਵ ਲੜਕੀ ਭਾਵ ਮਤ। ਕੋ ਹੈ ਲੜਕਾ ਵੇਚੀ, ਲੜਕੀ ਵੇਚੇ ਕੋਏ। ਕੋਈ ਹੈ ਜਿਹੜਾ ਲੜਕਾ ਅਤੇ ਲੜਕੀ ਵੇਚ ਦੇਵੇ, ਆਪਣਾ ਮਨ ਅਤੇ ਆਪਣੀ ਮਤ ਗੁਰੂ ਨੂੰ ਅਰਪਣ ਕਰ ਦੇ। ਕਹਿੰਦਾ ਕੋਈ ਹੈ, ਭਾਵ ਕੋਈ ਵਿਰਲਾ ਟਾਵੇਂ, ਜਿਹੜਾ ਆਪਣਾ ਮਨ ਗੁਰੂ ਨੂੰ ਦੇ ਦੇ, ਜਿਹੜਾ ਆਪਣੀ ਮਤ ਗੁਰੂ ਨੂੰ ਦੇ ਦੇ। ਇਹ ਦੋਨੋਂ ਚੀਜ਼ਾਂ ਦੇਣੀਆਂ ਔਖੀਆਂ ਨੇ। ਮਤ ਜੇ ਗੁਰੂ ਨੂੰ ਦੇਤੀ, ਮਨ ਗੁਰੂ ਨੂੰ ਦੇਤਾ, ਤਾਂ ਮਨ ਮਤ ਦੇ ਅੰਦਰੋਂ ਖਤਮ ਹੋ ਗਈ। ਬਾਕੀ ਫਿਰ ਕੀ ਰਹੇਗੀ? ਗੁਰਮਤ। ਅਤੇ ਜਿੱਥੇ ਗੁਰਮਤ ਹੋਵੇਗੀ ਉੱਥੇ ਗਲਤੀ ਹੋ ਹੀ ਨਹੀਂ ਸਕਦੀ। ਇਹ ਤਾਂ ਸਾਡੀ ਮਨ ਮਤ ਹੈ ਜਿਹੜੀ ਸਾਡੇ ਤੋਂ ਗਲਤੀਆਂ ਕਰਵਾਉਂਦੀ ਹੈ। ਮਨ ਮਤ ਹੈ ਵੀ ਮਤ ਮਨ ਦੇ ਪਿੱਛੇ ਲੱਗੀ ਹੋਈ ਹੈ, ਅਤੇ ਮਨ ਨੂੰ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ। ਕਈ ਜਨਮਾਂ ਦੀ ਮਨ ਨੂੰ ਮੈਲ ਲੱਗੀ ਹੋਈ ਹੈ। ਕਾਹਦੀ ਮੈਲ? ਆ ਮਿੱਟੀ ਘਟੇ ਦੀ ਨਹੀਂ, ਮਾੜੇ ਵਿਚਾਰਾਂ ਦੀ, ਮਾੜੇ ਕਰਮਾਂ ਦੀ ਮੈਲ ਲੱਗੀ ਹੋਈ ਹੈ। ਮਨ ਭੈੜਾ ਹੋ ਗਿਆ। ਭੈੜਾ ਬੰਦਾ ਕਦੇ ਵੀ ਤੁਹਾਨੂੰ ਚੰਗੀ ਸਲਾਹ ਨਹੀਂ ਦੇਵੇਗਾ, ਯਾਦ ਰੱਖਿਓ। ਭੈੜਾ ਬੰਦਾ ਕਦੇ ਤੁਹਾਨੂੰ ਚੰਗੀ ਸਲਾਹ ਨਹੀਂ ਦੇਵੇਗਾ। ਪੀਣ ਵਾਲਾ ਕਦੇ ਵੀ ਨਹੀਂ ਤੁਹਾਨੂੰ ਕਹੇਗਾ ਨਹੀਂ ਪੀਣੀ ਚਾਹੀਦੀ, ਕਦੇ ਨਹੀਂ ਕਹੇਗਾ। ਸਗੋਂ ਤਾਂ ਕਹੇਗਾ ਪੀਓ ਭਾਈ, ਘੁੱਟ ਘੁੱਟ ਪੀਓ। ਕਿ ਸਵਰਗ ਦੇ ਝੂਟੇ ਆਉਂਦੇ ਨੇ। ਕੁਝ ਸਮੇਂ ਲਈ ਆਉਂਦੇ ਹੋਣਗੇ, ਮੈਂ ਮੰਨਦਾ, ਕਿਉਂਕਿ ਹਰ ਇੱਕ ਨਸ਼ਾ ਕੁਝ ਸਮੇਂ ਲਈ ਸਵਰਗ ਦੇ ਝੂਟੇ ਦਿੰਦਾ। ਤੁਸੀਂ ਸੁਸਤ ਹੋ, ਚਾਹ ਪੀ ਲੈਂਦੇ ਹੋ, ਐਕਟਿਵ ਹੋ ਜਾਣਾ। ਹਾਲਾਂਕਿ ਬਿਲਕੁਲ ਸਿੰਪਲ ਨਸ਼ਾ, ਪਰ ਹੈ ਤਾਂ ਨਸ਼ਾ ਨਾ। ਚਾਹ ਜਿਹੜੀ ਹੈ ਤੁਹਾਨੂੰ ਐਕਟਿਵ ਕਰਦੀ ਹੈ, ਤੁਹਾਡੇ ਦਿਮਾਗ ਨੂੰ ਐਕਟਿਵ ਕਰਦੀ ਹੈ। ਜੇ ਦਿਮਾਗ ਨੂੰ ਐਕਟਿਵ ਕਰਦੀ, ਤੁਹਾਡਾ ਸਰੀਰ ਐਕਟਿਵ ਹੋ ਜਾਂਦਾ ਹੈ। ਸਰੀਰ 'ਚ ਸੁਸਤੀ ਨਹੀਂ, ਸਾਡੇ ਦਿਮਾਗ 'ਚ ਸੁਸਤੀ ਹੈ। ਨਸ਼ੇ ਨੇ ਦਿਮਾਗ ਨੂੰ ਐਕਟਿਵ ਕਰਤਾ, ਤੁਹਾਡਾ ਸਰੀਰ ਐਕਟਿਵ ਹੋ ਗਿਆ। ਫੀਮ ਖਾ ਲਓ, ਐਕਟਿਵ ਹੋ ਜਾਓਗੇ। ਜਿੰਨਾ ਚਿਰ ਫੀਮ ਦਾ ਨਸ਼ਾ ਰਹੇਗਾ, ਐਕਟਿਵ ਹੋ ਜਾਓਗੇ। ਪੈਗ ਪੀ ਲਓ, ਫਿਰ ਭਾਵੇਂ ਭਜਨ ਬੰਦਗੀ 'ਤੇ ਬਹਿ ਜਾਓ, ਦੇਖਿਓ ਜਿੰਨਾ ਸਮਾਂ ਪੈਗ ਦਾ ਅਸਰ ਹੈ, ਪਾਠ ਕਰਨ ਭਜਨ ਜੀ ਬੜਾ ਆਨੰਦ ਆਵੇਗਾ। ਜਦੋਂ ਲੈ ਗਿਆ ਬਸ ਫਿਰ ਗਿਆ, ਫਿਰ ਗਿਆ। ਹਰ ਇੱਕ ਨਸ਼ਾ ਕੁਝ ਸਮੇਂ ਲਈ ਆਨੰਦ ਦਿੰਦਾ ਹੈ, ਪਰ ਹਰ ਇੱਕ ਨਸ਼ਾ ਜ਼ਿੰਦਗੀ ਨੂੰ ਸਮਾਂ ਪਾ ਕੇ ਬਰਬਾਦ ਕਰਦਾ। ਹੁਣ ਮਨ ਜਨਮਾਂ ਜਨਮਾਂਤਰਾਂ ਤੋਂ ਮੈਲਾ ਹੋ ਗਿਆ ਹੈ ਭੈੜੇ ਵਿਚਾਰਾਂ ਦੇ, ਭੈੜੇ ਕਰਮਾਂ ਦੇ ਪ੍ਰਭਾਵ ਨਾਲ। ਇਸ ਲਈ ਮਨ ਕਦੇ ਵੀ ਤੁਹਾਨੂੰ ਚੰਗੀ ਸਲਾਹ ਨਹੀਂ ਦੇਵੇਗਾ। ਹੁਣ ਮਨ ਤੁਸੀਂ ਦੇਤਾ ਗੁਰੂ ਨੂੰ, ਜਿਹੜੀ ਮੱਤ ਸੀ ਉਹ ਵੀ ਦੇਤੀ ਗੁਰੂ ਨੂੰ। ਮਨ ਵੇਚੈ ਸਤਿਗੁਰ ਕੇ ਪਾਸ, ਤੇ ਸੇਵਕ ਕੇ ਕਾਰਜ ਰਾਸ। ਆਉਂਦਾ ਨਾ ਬਾਣੀ ਜੀ, ਜਿਹੜਾ ਮਨ ਗੁਰੂ ਨੂੰ ਵੇਚ ਦੇਵੇ। ਦੇਖੋ, ਜਿਹੜੀ ਚੀਜ਼ ਆਪਾਂ ਵੇਚ ਦਈਏ ਨਾ, ਫਿਰ ਉਸ 'ਤੇ ਸਾਡਾ ਅਧਿਕਾਰ ਨਹੀਂ ਹੁੰਦਾ। ਆਪਾਂ ਕਿਸੇ ਨੂੰ ਉਧਾਰ ਦੇ ਦਈਏ ਤਾਂ ਵਾਪਸ ਲੈ ਸਕਦੇ ਅਸੀਂ। ਤੁਸੀਂ ਆਪਣੀ ਮੱਝ ਕਿਸੇ ਨੂੰ ਵੇਚ ਦਿੱਤੀ ਹੈ, ਫਿਰ ਤੁਹਾਡਾ ਉਸ ਮੱਝ 'ਤੇ ਕੋਈ ਅਧਿਕਾਰ ਨਹੀਂ ਰਿਹਾ, ਕਿਉਂ? ਤੁਸੀਂ ਵੇਚ ਹੀ ਦਿੱਤੀ, ਵੇਚਤੀ।
ਇੱਥੇ ਵੇਚਣ ਤੋਂ ਮਤਲਬ ਇਹ ਨਹੀਂ ਕਿ ਗੁਰੂ ਨੂੰ ਕਹਿਣਾ ਮੈਂ ਤਾਂ ਜੀ 1 ਲੱਖ ਰੁਪਇਆ ਲਾਂਗਾ ਤਾਂ ਮਨ ਤੁਹਾਨੂੰ ਦੇਵਾਂਗਾ। ਉਹ ਕਹਿੰਦੇ ਮੈਂ ਤੇਰੇ ਤੋਂ ਕੀ ਦਾਣੇ ਲੈਣੇ ਨੇ, ਨਾ ਦੇ ਮਨ। ਨੁਕਸਾਨ ਹੋਣਾ ਤੇਰਾ ਹੋਣਾ। ਜੇ ਤੂੰ ਸਾਨੂੰ ਮਨ ਦੇਵੇਂਗਾ ਇਹ 'ਚ ਤੇਰਾ ਹੀ ਭਲਾ। ਇਹ ਨਹੀਂ ਕਿ ਗੁਰੂ ਨੇ ਸਾਨੂੰ ਮਨ ਦੇਣ ਲਈ ਪੈਸੇ ਦੇ ਦੇਣ, ਵੀ ਆ ਲਓ ਇੰਨੇ ਪੈਸੇ ਮੈਨੂੰ ਮਨ ਦੇ ਜਾਓ। ਅਸੀਂ ਆਪਣੀ ਲੋੜ ਨੂੰ ਮਨ ਗੁਰੂ ਨੂੰ ਅਰਪਣ ਕਰਨਾ। ਉਹੀ ਤਾਂ ਗਵੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਈਏ। ਆਪਣਾ ਤਨ, ਆਪਣਾ ਮਨ, ਆਪਣਾ ਧਨ ਗੁਰੂ ਨੂੰ ਅਰਪਣ ਕਰ ਦਿਓ। ਇਹ ਨਹੀਂ ਕਿ ਜਿੰਨੀ ਤੁਹਾਨੂੰ ਤਨਖਾਹ ਮਿਲੀ ਸਾਰੀ ਗੁਰਦੁਆਰੇ ਜਾ ਕੇ ਢੇਰੀ ਕਰ ਦਿਓ। ਆਹ ਭਾਵ ਨਹੀਂ ਹੈ। ਭੁੱਖੇ ਮਰ ਜਾਓਗੇ, ਕੀ ਖਾਓਗੇ? ਕੀ ਖਾਓਗੇ? ਗੁਰੂ ਮਹਾਰਾਜ ਕਿਹਾ ਸਿੱਖਾ ਸਿਰ ਦਸਵੰਧ ਸਾਨੂੰ ਚਾਹੀਦਾ, ਤੇਰੀ ਸਾਰੀ ਤਨਖਾਹ ਨਹੀਂ ਸਾਨੂੰ ਚਾਹੀਦੀ, ਤੇਰੀ ਸਾਰੀ ਕਮਾਈ ਨਹੀਂ ਸਾਨੂੰ ਚਾਹੀਦੀ। ਤੂੰ ਸਾਨੂੰ ਦਸਵੰਧ ਹੀ ਦਿੰਦਾ ਰਹਿ, ਅਸੀਂ ਤੇਰੀ ਕਮਾਈ 'ਚ ਬਰਕਤ ਪਾ ਦਾਂਗੇ। ਹੁੰਦੇ ਮੇਰੇ ਕੋਲ ਬੜੇ, ਅੱਜ ਵੀ ਇੱਕ ਬੀਬੀ ਨੇ ਅਰਦਾਸ ਕਰਿਆ ਸੀ ਵੀ ਸਾਡੇ ਕੰਮ 'ਚ ਕਮਾਈ 'ਚ ਬਰਕਤ ਪੈ ਜੇ। ਕਮਾਈ ਤਾਂ ਹੈ ਪਰ ਫਜ਼ੂਲ ਦਾ ਖਰਚਾ ਹੁੰਦਾ ਰਹਿੰਦਾ। ਜਦੋਂ ਫਜ਼ੂਲ ਦਾ ਖਰਚਾ 'ਚ ਬਰਕਤ ਨਹੀਂ ਹੋਵੇਗੀ, ਖਰਚਾ ਹੋ ਜਾਂਦਾ ਬੰਦਾ। ਫਿਰ ਉਹਨੂੰ ਪਾਠ ਦੇਣਾ ਪੈਂਦਾ। ਕਿਆ ਪਾਠ ਕਰੋ? ਹੁਣ ਜਿਹੜੇ ਤੇ ਸਿਆਣੇ ਨੇ ਉਹ ਤਾਂ ਉਸ ਤੋਂ ਇਸ਼ਾਰਾ ਲੈ ਲੈਂਦੇ ਨੇ ਕਿ ਪਾਠ ਕਰਨ ਨਾਲ ਸਾਡੀ ਕਮਾਈ 'ਚ ਬਰਕਤ ਹੋ ਗਈ, ਅਸੀਂ ਫਿਰ ਕਿਉਂ ਨਾ ਕਰਦੇ ਰਹੀਏ ਪਾਠ? ਕਿਉਂ ਨਾ ਅਸੀਂ ਬਾਣੀ ਨਾਲ ਜੁੜੇ ਰਹੀਏ? ਪਰ ਕਈ ਤਾਂ ਕਹਿੰਦੇ ਸ਼ੁਕਰ ਹੈ 40 ਦਿਨ ਪੂਰੇ ਹੁਣ ਖੜਾ ਛੁੱਟਿਆ। ਇਹ ਨਹੀਂ ਸੋਚਦੇ ਕਿ ਫੇਰ ਵੀ ਲੋੜ ਪੈ ਸਕਦੀ ਹੈ। ਗੁਰਬਾਣੀ ਕਹਿੰਦੀ ਕਾਮ ਪਰੈ ਹਰਿ ਸਿਮਰਿਐ। ਕੰਮ ਪੈਣ ਦੇ ਸਾਰੀ ਦੁਨੀਆ ਯਾਦ ਕਰਦੀ ਰੱਬ ਨੂੰ। ਕਾਮ ਪਰੈ ਹਰਿ ਸਿਮਰਿਐ ਐਸਾ ਸਿਮਰੋ ਨਿਤ। ਕੰਮ ਪੈਣ 'ਤੇ ਜਦੋਂ ਸਿਮਰਨ ਕਰਨਾ ਫਿਰ ਰੋਜ਼ ਹੀ ਕਰੋ ਸਿਮਰਨ, ਰੋਜ਼ ਹੀ ਕਰੋ। ਕੰਮ ਪੈਣ 'ਤੇ ਗੁਰਦੁਆਰੇ ਜਾਣਾ, ਉਂਝ ਨਹੀਂ ਜਾਣਾ, ਉਂਝ ਨਹੀਂ ਜਾਣਾ। ਜੇ ਤੁਸੀਂ ਵੈਸੇ ਹੀ ਗੁਰਦੁਆਰੇ ਜਾਂਦੇ ਰਹੋ, ਕੁਛ ਵੀ ਨਾ ਮੰਗੋ, ਕੁਛ ਨਾ ਮੰਗੋ, ਜਾ ਕੇ ਮੱਥਾ ਟੇਕੋ। ਜੇ ਉੱਥੇ ਪਾਠ ਹੋ ਰਿਹਾ ਕੁਝ ਸਮਾਂ ਪਾਠ ਸੁਣੋ, ਕੀਰਤਨ ਹੋ ਰਿਹਾ ਕੀਰਤਨ ਸੁਣੋ, ਕਥਾ ਹੋ ਰਹੀ ਹੈ ਕਥਾ ਸੁਣੋ। ਮੰਨ ਲਓ ਕੁਝ ਵੀ ਨਹੀਂ ਹੋ ਰਿਹਾ, ਉੱਥੇ ਬੈਠ ਕੇ 5-7 ਮਿੰਟ ਸਿਮਰਨ ਕਰੋ, ਕੁਝ ਵੀ ਨਾ ਮੰਗੋ। ਦੇਖ ਲਓ ਤਜਰਬਾ ਕਰਕੇ, ਜੇ ਨਾ ਗੁਰੂ ਮਹਾਰਾਜ ਕਿਰਪਾ ਕਹਿੰਦੇ ਬਿਨਾਂ ਮੰਗੇ ਹੀ, ਉਹ ਬਿਨਾਂ ਮੰਗੇ ਹੀ ਕਿਰਪਾ ਕਰ ਦੇਣਗੇ। ਕਹਾਵਤ ਨੇ ਬਿਨ ਮੰਗੇ ਮੋਤੀ ਮਿਲੇ, ਮੰਗੇ ਮਿਲਣ ਭੀਖ। ਮੰਗਣ ਨਾਲ ਕਈ ਵਾਰੀ ਭਿੱਖਿਆ ਵੀ ਨਹੀਂ ਮਿਲਦੀ। ਕਈ ਜਵਾਬ ਦੇ ਚੱਲ ਚੱਲ ਅਗਲੇ ਘਰ ਜਾ। ਨਹੀਂ ਮੰਗਦੇ ਕਈ ਵਾਰ ਮੋਤੀ ਮਿਲਦੇ ਨੇ। ਗੁਰੂ ਨੂੰ ਮਿਲਣ ਜਾਣਾ, ਜਾਈ ਜਾਓ ਜਾਈ ਜਾਓ। ਗੁਰੂ ਮਹਾਰਾਜ ਤੁਹਾਡੀ ਜਾਣਕਾਰੀ ਹੋ ਜਾਏਗੀ, ਪਿਆਰ ਹੋ ਜਾਏਗਾ। ਆਪਣੇ 5 ਰਿਸ਼ਤੇਦਾਰ ਨੇ, ਇੱਕ ਰਿਸ਼ਤੇਦਾਰ ਕੋਲ ਆਪਾਂ ਜਾਂਦੇ ਰਹਿੰਦੇ ਹਾਂ, ਦੂਜੇ ਕੋਲ ਬਹੁਤ ਘੱਟ ਜਾਂਦੇ ਹਾਂ, ਇੱਕ ਕੋਲ ਜਾਂਦੇ ਰਹਿੰਦੇ ਹਾਂ। ਜਦੋਂ ਆਪਾਂ ਢਿੱਲੇ ਮੱਠੇ ਹੋ ਗਏ, ਜਿਹਦੇ ਕੋਲ ਜਾਂਦੇ ਰਹਿੰਦੇ ਸੀ ਉਹ ਸਭ ਤੋਂ ਪਹਿਲਾਂ ਆਊਗਾ ਹਾਲ ਚਾਲ ਪੁੱਛਣ। ਕਿਉਂ? ਉਹਦੇ ਨਾਲ ਜਾਣਕਾਰੀ ਹੋ ਗਈ, ਉਹਦੇ ਨਾਲ ਪਿਆਰ ਹੋ ਗਿਆ, ਉਹਦੇ ਨਾਲ ਜਾਣਕਾਰੀ ਹੋ ਗਈ, ਉਹਦੇ ਨਾਲ ਪਿਆਰ ਹੋ ਗਿਆ, ਉਹ ਸਭ ਤੋਂ ਪਹਿਲਾਂ ਆਊਗਾ। ਹੋ ਸਕਦਾ ਕੋਈ ਦਿਨ ਹਸਪਤਾਲ ਰਹਿ ਕੇ ਤੁਹਾਡੀ ਸੇਵਾ ਵੀ ਕਰੇ, ਕਿ ਤੁਸੀਂ ਮਿਲਦੇ ਗਿਲਦੇ ਰਹਿੰਦੇ ਹੋ। ਐਂ ਗੁਰੂ ਮਹਾਰਾਜ ਨੂੰ ਮਿਲਦੇ ਗਿਲਦੇ ਰਹੀਦਾ। ਬਾਣੀ ਪੜ੍ਹਨਾ ਵੀ ਗੁਰੂ ਨੂੰ ਮਿਲਣਾ ਹੀ ਹੈ। ਜੇ ਕਿਸੇ ਕਾਰ ਤੁਸੀਂ ਗੁਰਦੁਆਰੇ ਨਹੀਂ ਜਾ ਸਕਦੇ, ਗੁਰੂ ਦੀ ਬਾਣੀ ਪੜ੍ਹ ਲਓ, ਗੁਰੂ ਦੀ ਬਾਣੀ ਪੜ੍ਹ ਲਓ। ਗੁਰੂ ਮਹਾਰਾਜ ਸਾਨੂੰ ਸ਼ਬਦ ਗੁਰੂ ਦੇ ਲੜ ਲਾ ਗਏ ਨੇ, ਕਿਸੇ ਬੰਦੇ ਦੇ ਲੜ ਨਹੀਂ ਲਾ ਕੇ ਗਏ। ਦਸਮ ਪਾਤਸ਼ਾਹ ਸਾਨੂੰ ਸ਼ਬਦ ਦੇ ਲੜ ਲਾ ਗਏ ਨੇ ਕਿ ਅੱਗੇ ਤੋਂ ਤੁਹਾਡਾ ਗੁਰੂ ਸ਼ਬਦ ਗੁਰੂ ਹੈ, ਆ ਬਾਣੀ ਸ਼ਬਦ ਗੁਰੂ ਹੈ। ਨਹੀਂ ਗੁਰਦੁਆਰੇ ਜਾ ਸਕਦੇ, ਕੋਈ ਗੱਲ ਨਹੀਂ। ਆ ਪਿੱਛੇ ਜਦੋਂ ਬਹੁਤ ਹੀ ਲੋਕਡਾਊਨ ਸਭ ਪਾਸੇ ਬੰਦ ਸੀ, ਗੁਰਦੁਆਰੇ ਬੰਦ ਕੀਤੇ ਹੋਏ ਸਨ, ਨਹੀਂ ਸੀ ਜਾ ਸਕਦੇ ਲੋਕ।
ਹੁਣ ਥੋੜ੍ਹੀ ਢਿੱਲ ਮਿਲੀ ਹੈ। ਪਰ ਤੁਸੀਂ ਜਿੱਥੇ ਬਾਣੀ ਪੜ੍ਹ ਰਹੇ ਹੋ, ਗੁਰੂ ਮਹਾਰਾਜ ਤਾਂ ਉੱਥੇ ਹੀ ਹਾਜ਼ਰ ਨੇ। ਗੁਰੂ ਮਹਾਰਾਜ ਤਾਂ ਆਪਣੀ ਬਾਣੀ ਦੇ ਵਿੱਚ ਹਾਜ਼ਰ ਨੇ। ਤੁਸੀਂ ਗੁਰੂ ਦੀ ਹਜ਼ੂਰੀ 'ਚ ਪਹੁੰਚਣਾ ਨਾ। ਗੁਰਦੁਆਰੇ ਕਦ ਜਾਵੇ, ਗੁਰੂ ਦੀ ਹਜ਼ੂਰੀ 'ਚ ਜਾਈਏ। ਅਤੇ ਗੁਰੂ ਮਹਾਰਾਜ ਤਾਂ ਆਪਣੀ ਬਾਣੀ 'ਚ ਬੈਠੇ ਨੇ। ਅਤੇ ਜੇ ਤੁਸੀਂ ਬਾਣੀ ਪੜ੍ਹਦੇ ਹੋ ਅਤੇ ਗੁਰੂ ਮਹਾਰਾਜ ਤੁਹਾਨੂੰ ਵੇਖ ਵੀ ਰਹੇ ਨੇ ਅਤੇ ਤੁਹਾਨੂੰ ਸੁਣ ਵੀ ਰਹੇ ਨੇ, ਅਤੇ ਗੁਰੂ ਮਹਾਰਾਜ ਦੇ ਕੋਲ ਹੀ ਨੇ। ਫਿਰ ਕੋਲ ਹੀ ਨੇ। ਸਿਰਫ ਇੰਨਾ ਕਿ ਸਾਨੂੰ ਨਾ ਗਿਆਨ ਹੋਣ ਕਰਕੇ ਅਸੀਂ ਮਹਿਸੂਸ ਹੀ ਨਹੀਂ ਕਰਦੇ ਵੀ ਮੈਂ ਬਾਣੀ ਪੜ੍ਹ ਰਿਹਾ, ਗੁਰੂ ਮਹਾਰਾਜ ਮੈਨੂੰ ਵੇਖ ਰਹੇ ਨੇ, ਸੁਣ ਰਹੇ ਨੇ ਜੋ ਮੈਂ ਪੜ੍ਹ ਰਿਹਾ। ਕੋਈ ਜ਼ਰੂਰੀ ਬੋਲ ਬੋਲ ਕੇ ਪੜ੍ਹਾਂ ਮੈਂ। ਤੁਸੀਂ ਮਨ 'ਚ ਬਾਣੀ ਪੜ੍ਹ ਰਹੇ ਹੋ, ਤੁਹਾਡੇ ਕੰਨਾਂ ਨੂੰ ਸੁਣਦੀ ਹੁੰਦੀ ਹੈ ਨਾ, ਸੁਣਦੀ ਨਾ। ਬੋਲ ਕੇ ਨਹੀਂ ਪੜ੍ਹਦੇ ਤੁਸੀਂ, ਮਨ 'ਚ ਬਾਣੀ ਪੜ੍ਹ ਰਹੇ ਹੋ, ਮਨ 'ਚ ਸਿਮਰਨ ਕਰ ਰਹੇ ਹੋ, ਪਰ ਤੁਹਾਡੇ ਕੰਨ ਸੁਣ ਰਹੇ ਨੇ। ਇਸ ਤਰ੍ਹਾਂ ਗੁਰੂ ਮਹਾਰਾਜ ਆਪਣੀ ਬਾਣੀ ਦੇ ਵਿੱਚ ਬਿਰਾਜਮਾਨ ਹੁੰਦੇ ਨੇ। ਇਹ ਕਬੀਰ ਸਾਹਿਬ ਕਥਾ ਸੁਣ ਰਹੇ ਨੇ, ਮੈਨੂੰ ਵੇਖ ਰਹੇ ਨੇ ਕਥਾ ਕਰਦੇ ਨੂੰ। ਜੋ ਮੈਂ ਕਥਾ ਕਰ ਉਹਨੂੰ ਸੁਣ ਰਹੇ ਨੇ, ਜਿਵੇਂ ਤੁਸੀਂ ਆਪਣੇ ਮੈਨੂੰ ਵੇਖ ਵੀ ਰਹੇ ਹੋ ਇਸ ਵੇਲੇ ਆਪਣੇ ਆਪਣੇ ਮੋਬਾਈਲਾਂ 'ਤੇ ਸੁਣ ਵੀ ਰਹੇ ਹੋ, ਹੈ ਨਾ। ਇਹ ਕਬੀਰ ਸਾਹਿਬ ਇਹ ਮੈਨੂੰ ਵੇਖ ਵੀ ਰਹੇ ਨੇ ਅਤੇ ਮੈਂ ਉਹਨਾਂ ਦੀ ਬਾਣੀ ਦੀ ਕਿਵੇਂ ਕਥਾ ਕਰ ਰਿਹਾ, ਸੁਣ ਵੀ ਰਹੇ ਨੇ। ਇਹ ਨਹੀਂ ਕਿ ਕਬੀਰ ਸਾਹਿਬ ਜੀ 600 ਸਾਲ ਹੋ ਗਏ, ਉਹ ਤਾਂ ਸੰਸਾਰ ਛੱਡ ਗਏ ਸਨ। ਜਿਹੜਾ ਪਰਮਾਤਮਾ ਦਾ ਰੂਪ ਹੋ ਜਾਂਦਾ, ਜਿਵੇਂ ਪਰਮਾਤਮਾ ਸਭ ਥਾਂ 'ਤੇ ਹੈ, ਕੋਈ ਥਾਂ ਨਹੀਂ ਜਿੱਥੇ ਪਰਮਾਤਮਾ ਨਹੀਂ ਹੈ। ਇਸ ਲਈ ਕੋਈ ਐਸੀ ਥਾਂ ਨਹੀਂ ਜਿੱਥੇ ਕਬੀਰ ਸਾਹਿਬ ਨਾ ਹੋਣ। ਇਹ ਨਹੀਂ ਸੋਚਣਾ ਵੀ ਕਬੀਰ ਸਾਹਿਬ ਤਾਂ ਉੱਥੇ ਆਪਣੇ ਜਿੱਥੇ ਪੈਦਾ ਹੋਏ ਸਨ, ਕਾਸ਼ੀ ਜਿਹਨੂੰ ਬਨਾਰਸ ਕਹਿੰਦੇ ਨੇ, ਵੀ ਕਬੀਰ ਸਾਹਿਬ ਤਾਂ ਨਹੀਂ ਉੱਥੇ ਨੇ। ਕਬੀਰ ਸਾਹਿਬ ਆਪਣੀ ਬਾਣੀ 'ਚ ਨੇ। ਮੈਂ ਆਪ ਦੇਖਿਆ, ਮੈਂ ਤਾਂ ਦਾਅਵੇ ਨਾਲ ਕਹਿੰਦਾ। ਮੈਂ ਦੱਸਿਆ ਨਹੀਂ ਕਰਦਾ ਕਈ ਚੀਜ਼ਾਂ, ਪਰ ਕਈ ਵਾਰੀ ਤੁਹਾਨੂੰ ਵਿਸ਼ਵਾਸ ਦਿਲਾਉਣ ਲਈ ਮੈਨੂੰ ਕਦੇ ਦੱਸਣਾ ਪੈਂਦਾ, ਕਿਉਂਕਿ ਦੱਸਣ ਨਾਲ ਆਪ ਨੂੰ ਘਾਟਾ ਹੁੰਦਾ ਅਤੇ ਦੂਜਿਆਂ ਨੂੰ ਕਈ ਵਾਰੀ ਵਿਸ਼ਵਾਸ ਨਹੀਂ ਹੁੰਦਾ। ਲੈ ਹੋਰ ਕੁਛ ਹੋ ਗਏ ਦਰਸ਼ਨ। ਕਈ ਸਾਲਾਂ ਦੀ ਗੱਲ ਹੈ, ਇੱਕ ਘਰ ਅਖੰਡ ਪਾਠ ਹੋ ਰਿਹਾ ਸੀ। ਪਾਠ ਹੋ ਗਿਆ ਲੇਟ। ਮੈਨੂੰ 3:30 ਵਜੇ ਟੈਲੀਫੋਨ ਆਇਆ ਵੀ ਬਾਬਾ ਜੀ ਪਾਠ ਲੇਟ ਹੋ ਗਿਆ, ਕਿਰਪਾ ਕਰਕੇ 4 ਤੋਂ 6 ਤੁਸੀਂ ਰੌਲ ਲਾ ਦਿਓ। ਮੈਨੂੰ ਪਤਾ ਸੀ ਵੀ ਇਹਨਾਂ ਦੀ ਸਪੀਡ ਬਹੁਤ ਹੈ। ਕੋਈ ਜਿਹੜਾ ਬਾਣੀ ਪੜ੍ਹਦਾ ਰਹਿੰਦਾ, ਫਿਰ ਦੇਖੋ ਬਾਣੀ ਯਾਦ ਹੋਈ ਜਾਂਦੀ, ਸਪੀਡ ਆਪੇ ਵੱਧ ਜਾਂਦੀ, ਆਪਾਂ ਨੂੰ ਪਤਾ ਅੱਗੇ ਕੀ ਆ ਰਿਹਾ। ਮੈਂ ਤੇਜ਼ ਪਾਠ ਕਰਦਾ ਰਿਹਾ। ਜਦੋਂ ਬਾਬਾ ਫਰੀਦ ਜੀ ਦੇ ਸ਼ਲੋਕਾਂ 'ਤੇ ਪਹੁੰਚਿਆ, ਮੈਂ ਦੇਖਿਆ ਘੜੀ ਵੀ ਹੁਣ ਜਿੱਥੇ ਪਾਠ ਚਾਹੀਦਾ ਸੀ ਨਾ, ਉੱਥੇ ਪਾਠ ਪਹੁੰਚ ਗਿਆ। ਫਿਰ ਮੈਂ ਆਮ ਸਪੀਡ ਨਾਲ, ਜੇ ਪਾਠੀ 30 ਸਫ਼ੇ ਦੀ ਸਪੀਡ ਨਾਲ ਪਾਠ ਕੇ ਉਸ ਤਰ੍ਹਾਂ ਕਰਨਾ ਸ਼ੁਰੂ ਕਰਤਾ। ਕੀ ਦੇਖਦਾ, ਬਾਬਾ ਫਰੀਦ ਜੀ ਮੇਰੇ ਅੰਗੂਠੇ ਜਿੰਨਾ ਬਣ ਕੇ ਜਿਹੜੀ ਮੈਂ ਲਾਈਨ ਪੜ੍ਹੀ ਜਾ ਰਿਹਾ, ਉਸ ਲਾਈਨ ਤੋਂ 2 ਇੰਚ ਉੱਚੇ ਉਹ ਨਾਲ ਜਾ ਰਹੇ ਨੇ। ਜਿਹੜੀ ਲਾਈਨ ਪੜ੍ਹੇ ਉਸੇ 'ਤੇ ਉਹ ਜਾ ਰਹੇ, ਉੱਤੇ। ਜਦੋਂ ਬਾਬਾ ਫਰੀਦ ਜੀ ਦੇ ਸ਼ਲੋਕ ਖਤਮ ਹੋ ਗਏ, ਉਹ ਅਲੋਪ ਹੋ ਗਏ। ਫਿਰ ਮੈਨੂੰ ਹੋ ਗਿਆ ਵੀ ਹਾਂ, ਉਹੀ ਤਾਂ ਬਾਣੀ 'ਚ ਜੋ ਲਿਖਿਆ, ਸ਼ੁਰੂ ਤੋਂ ਮੇਰਾ ਵਿਸ਼ਵਾਸ ਉਹ ਸੱਚ ਲਿਖਿਆ ਹੋਇਆ ਹੈ। ਪਰ ਉਹਦੇ ਮੈਂ ਆਪਣੀ ਅੱਖਾਂ ਨਾਲ ਵੇਖ ਲਿਆ। ਆਹ ਦੇਖੋ, ਜਿੰਨਾ ਸਮਾਂ ਮੈਂ ਬਾਬਾ ਫਰੀਦ ਜੀ ਦੇ ਸ਼ਲੋਕ ਪੜ੍ਹਦੇ ਰਹੇ, ਬਾਬਾ ਫਰੀਦ ਜੀ ਇੱਕ ਲਾਈਨ ਦੇ ਉੱਤੇ ਫਿਰਦੇ ਰਹੇ। ਟੱਚ ਨਹੀਂ ਕੀਤੀ ਉਹਨੇ ਲਾਈਨ ਨੂੰ। 2-3 ਇੰਚ ਲਾਈਨ ਤੋਂ ਉੱਚੇ ਸਨ ਤਾਂ ਜੋ ਮੈਨੂੰ ਲਾਈਨ ਦਿਸਦੀ ਰਹੇ। ਜਦੋਂ ਬਾਬਾ ਫਰੀਦ ਜੀ ਸ਼ਲੋਕ ਸਮਾਪਤ ਹੋ ਗਏ, ਬਾਬਾ ਫਰੀਦ ਜੀ ਅਲੋਪ ਹੋ ਗਏ। ਸੋਨਾ ਕਿਤੋਂ ਆਉਣਾ ਨਹੀਂ ਹੁੰਦਾ, ਵਿੱਚ ਹੀ ਹੁੰਦੇ ਨੇ। ਇਹ ਸਾਰੇ ਗੁਰੂ, ਸਾਰੇ ਭਗਤ ਵਿੱਚ ਹੀ ਨੇ, ਗੁਰੂ ਗ੍ਰੰਥ 'ਚ ਵੀ ਨੇ। ਜਿਨ੍ਹਾਂ ਗੁਰੂਆਂ ਦੀ ਬਾਣੀ ਨਹੀਂ ਵੀ ਗੁਰੂ ਗ੍ਰੰਥ 'ਚ, ਉਹ ਵੀ ਗੁਰੂ ਗ੍ਰੰਥ ਦੇ ਵਿੱਚ ਨੇ, ਉਹ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨੇ। ਜਿਨ੍ਹਾਂ ਭਗਤਾਂ ਦੀ ਬਾਣੀ ਉਹ ਵੀ ਵਿੱਚ ਹੀ ਨੇ। ਸਿਰਫ ਇੰਨੇ ਕਿ ਸਾਡੀ ਕਮਾਈ ਦੇ ਅਨੁਸਾਰ ਉਹਨਾਂ ਪ੍ਰਗਟ ਹੋਣੇ ਅਤੇ ਸਾਨੂੰ ਦਰਸ਼ਨ ਦੇਣੇ ਨੇ। ਬਸ ਆਪਣੀ ਆਪਣੀ ਕਮਾਈ ਹੁੰਦੀ ਹੈ। ਸੋ ਇਸ ਲਈ ਕਬੀਰ ਸਾਹਿਬ ਕਹਿੰਦੇ
ਕੋ ਹੈ ਲੜਕਾ ਵੇਚੀ ਲੜਕੀ ਵੇਚੇ ਕੋਈ। ਕੋਈ ਹੈ ਭਾਵ ਕੋਈ ਵਿਰਲਾ ਟਾਮ ਹੈ ਜਿਹੜਾ ਆਪਣਾ ਲੜਕਾ ਵੇਚ ਦੇਵੇ, ਆਪਣੀ ਲੜਕੀ ਵੇਚ ਦੇਵੇ। ਸ਼ਬਦੀ ਅਰਥ ਕਿਹੋ ਜਿਹੇ ਨੇ? ਇਸ ਲਈ ਕਵਿਤਾ ਦੇ ਸ਼ਬਦੀ ਅਰਥ ਹੋਰ ਨੇ, ਭਾਵ ਅਰਥ ਹੋਰ ਨੇ ਹਮੇਸ਼ਾ। ਵਾਰਤਕ ਜੋ ਤੁਸੀਂ ਪੜ੍ਹਨੀ ਹੈ, ਕੋਈ ਕਿਤਾਬ ਵਾਰਤਕ ਹੈ, ਤੁਹਾਨੂੰ ਕਿਸੇ ਟੀਚਰ ਪ੍ਰੋਫੈਸਰ ਤੋਂ ਪੜ੍ਹਨ ਦੀ ਲੋੜ ਨਹੀਂ, ਤੁਹਾਨੂੰ ਸਮਝ ਆਈ ਜਾਏਗੀ। ਪਰ ਜਦੋਂ ਕਵਿਤਾ ਹੈ, ਚਾਹੇ MA ਦਾ ਵਿਦਿਆਰਥੀ ਕਿਉਂ ਨਾ ਹੋਵੇ, ਉਹਨੂੰ ਵੀ ਟੀਚਰ ਪ੍ਰੋਫੈਸਰ ਦੀ ਲੋੜ ਹੈ ਕਵਿਤਾ ਨੂੰ ਸਮਝਾਉਣ ਲਈ, ਕਿਉਂਕਿ ਕਵਿਤਾ ਦੇ ਸ਼ਬਦੀ ਅਰਥ ਹੋਰਦੇ ਨੇ, ਭਾਵ ਅਰਥ ਹੋਰਦੇ ਨੇ। ਹੁਣ ਦੇਖੋ ਸ਼ਬਦੀ ਅਰਥ ਦੇ ਨੇ, ਕੋਈ ਹੈ ਜਿਹੜਾ ਆਪਣਾ ਲੜਕਾ ਤੇ ਲੜਕੀ ਵੇਚ ਦੇਵੇ। ਤੁਸੀਂ ਕਹੋ ਵੀ ਇਹ ਕੀ ਗੱਲ ਬਣੀ ਬਈ? ਫਿਰ ਉਹ ਸਮਝਾਉਣਾ ਪੈਂਦਾ ਤੇ ਲੜਕੇ ਤੇ ਲੜਕੀ ਤੋਂ ਕੀ ਭਾਵ ਹੈ। ਫਿਰ ਸਮਝਾਉਂਦਾ ਹੈ ਕਿ ਇੱਥੇ ਸਿੱਧਾ ਲੜਕਾ ਤੇ ਲੜਕੀ ਨਹੀਂ ਸਮਝ ਲੈਣੇ। ਇੱਥੇ ਲੜਕੇ ਦਾ ਭਾਵ ਹੈ ਮਨ, ਲੜਕੀ ਦਾ ਭਾਵ ਹੈ ਮਤ। ਜਿਹੜਾ ਆਪਣਾ ਮਨ ਤੇ ਆਪਣੀ ਮਤ ਗੁਰੂ ਨੂੰ ਵੇਚ ਦੇਵੇ, ਭਾਵ ਗੁਰੂ ਨੂੰ ਅਰਪਣ ਕਰ ਦੇ, ਸਾਂਝਾ ਕਰੇ ਕਬੀਰ ਸਿਉ, ਕਹਿੰਦੇ ਉਹਦੀ ਸਾਡੇ ਨਾਲ ਸਾਂਝ ਹੋ ਸਕਦੀ ਹੈ ਕਿ ਉਹ ਸਾਡੇ ਵਰਗਾ ਹੋਏਗਾ ਨਾ, ਉਹਦੀ ਸਾਡੇ ਨਾਲ ਸਾਂਝ ਹੋ ਸਕਦੀ ਹੈ। ਹਰ ਸੰਗ ਵਣਜ ਕਰੇ, ਕਿਉਂਕਿ ਫਿਰ ਹਰੀ ਨਾਲ ਵਪਾਰ ਕਰੇਗਾ ਨਾਮ ਦਾ, ਭਾਵ ਹੈ ਫਿਰ ਉਹ ਨਾਮ ਜਪੇਗਾ। ਕਿਉਂ? ਜਿੰਨਾ ਚਿਰ ਮਨ ਤੇ ਮਤ ਆਪਣੀ ਸੀ, ਨਾਮ ਨਹੀਂ ਸੀ ਜਪਦਾ, ਕੀ ਲੋੜ ਹੈ ਨਾਮ ਜਪਣ ਦੀ? ਜੇ ਸ਼ੁਭ ਕਰਮ ਕਰਨੇ ਚਾਹੀਦੇ ਨੇ। ਕਈ ਕਹਿੰਦੇ ਨੇ ਸ਼ੁਭ ਕਰਮ ਕਰਨੇ ਚਾਹੀਦੇ, ਨਾਮ ਜਪਣ ਦੀ ਕੀ ਲੋੜ ਹੈ? ਉਹਨਾਂ ਦੀ ਸੋਚ ਅਧੂਰੀ ਹੈ। ਸ਼ੁਭ ਕਰਮ ਤੇ ਜ਼ਰੂਰੀ ਨੇ, ਚਾਹੇ ਤੁਸੀਂ ਆਸਤਕ ਹੋ, ਚਾਹੇ ਤੁਸੀਂ ਨਾਸਤਕ ਹੋ। ਸ਼ੁਭ ਕਰਮਾਂ ਤੋਂ ਬਿਨਾਂ ਤਾਂ ਤੁਹਾਡਾ ਜੀਵਨ ਸੁਖੀ ਹੋ ਹੀ ਨਹੀਂ ਸਕਦਾ। ਜਿਹਨੇ ਮਰਜ਼ੀ ਜ਼ੋਰ ਲਾ ਲਓ, ਚੋਰ ਹੋਏ, ਡਾਕੂ ਹੋਏ, ਲੁਟੇਰੇ ਹੋਏ, ਬਦਮਾਸ਼ ਹੋਏ, ਬਲਾਤਕਾਰੀ ਹੋਏ, ਨਸ਼ਈ ਹੋਏ, ਰਿਸ਼ਵਤਖੋਰ ਹੋਏ, ਘਪਲੇਬਾਜ਼ ਹੋਏ, ਕਾਤਲ ਹੋਏ, ਇਹ ਕਦੇ ਸੁਖੀ ਨਹੀਂ ਰਹਿ ਸਕਦੇ ਹੁੰਦੇ। ਇਹ ਆਪ ਵੀ ਦੁਖੀ ਰਹਿੰਦੇ ਨੇ, ਸੰਸਾਰ ਨੂੰ ਵੀ ਦੁਖੀ ਕਰਦੇ। ਕਿਉਂ? ਮਨਮਤੀਏ ਨੇ, ਮਨਮਤੀਏ ਨੇ। ਜਦੋਂ ਮਨ ਗੁਰੂ ਨੂੰ ਦੇਤਾ, ਮਤ ਗੁਰੂ ਨੂੰ ਦੇਤੇ, ਮਨਮਤ ਖਤਮ ਹੋ ਗਈ ਨਾ ਅੰਦਰੋਂ। ਅਤੇ ਜਦੋਂ ਮਨਮਤ ਅੰਦਰੋਂ ਖਤਮ ਹੋ ਗਈ, ਫਿਰ ਗੁਰਮਤ ਅੰਦਰ ਆਵੇਗੀ, ਫਿਰ ਗੁਰਮਤ ਆਏਗੀ। ਕਬੀਰ ਸਾਹਿਬ ਕਹਿੰਦੇ ਤੁਸੀਂ ਆਪਣਾ ਮਨ ਲੜਕਾ, ਆਪਣੀ ਮਤ ਲੜਕੀ, ਇਹ ਗੁਰੂ ਨੂੰ ਵੇਚ ਦਿਓ, ਗੁਰੂ ਨੂੰ ਅਰਪਣ ਕਰ ਦਿਓ, ਫਿਰ ਤੁਹਾਡੀ ਮੇਰੇ ਨਾਲ ਸਾਂਝ ਹੋ ਸਕਦੀ ਹੈ। ਜੇ ਤੁਸੀਂ ਆਪਣਾ ਮਨ, ਆਪਣੀ ਮਤ ਆਪਣੇ ਕੋਲ ਰੱਖੋ, ਤੁਹਾਡੀ ਮੇਰੀ ਸਾਂਝ ਨਹੀਂ ਹੋ ਸਕਦੀ। ਸਾਂਝ ਲਈ ਜ਼ਰੂਰੀ ਹੁੰਦਾ ਇੱਕੋ ਜਿਹਾ ਸੁਭਾਅ, ਇੱਕੋ ਜਿਹੀ ਸੋਚ ਹੋਣਾ। ਜਿਨ੍ਹਾਂ ਦੀ ਦੋਸਤੀਆਂ ਨੇ, ਉਹਨਾਂ ਦੇ ਸੁਭਾਅ, ਉਹਨਾਂ ਦੀ ਸੋਚ ਇੱਕੋ ਜਿਹੀ ਹੈ। ਜਦੋਂ ਸੁਭਾਅ ਅਤੇ ਸੋਚ ਵਿੱਚ ਫਰਕ ਪਏਗਾ, ਦੋਸਤੀ ਟੁੱਟ ਜਾਏਗੀ। ਪਤੀ ਪਤਨੀ ਵੀ ਉਹਨਾਂ ਦੀ ਹੀ ਨਿਭਦੀ ਹੈ ਜਿਨ੍ਹਾਂ ਦਾ ਸੁਭਾਅ ਇੱਕੋ ਜਿਹਾ ਹੈ। ਅਗਰ ਪਤੀ ਪਤਨੀ ਦਾ ਸੁਭਾਅ ਇੱਕੋ ਜਿਹਾ ਨਹੀਂ, ਟੁੱਟ ਜਾਏਗੀ, ਤਲਾਕ ਹੋ ਜਾਏਗਾ। ਸਕੇ ਦੋ ਭਰਾ ਨੇ, ਸੁਭਾਅ ਇੱਕੋ ਜਿਹਾ, ਸੋਚ ਇੱਕੋ ਜਿਹੀ ਹੈ, ਨਿਭੇਗੀ। ਇੱਕ ਸ਼ਰਾਬ ਪੀਂਦਾ ਹੈ, ਇੱਕ ਵੈਸ਼ਨੂੰ ਹੈ, ਨਹੀਂ ਗੱਲ ਬਣੇਗੀ, ਕਿਉਂਕਿ ਸੋਚ ਅੱਡ ਅੱਡ ਹੈ। ਕਹਿੰਦੇ ਜੇ ਕਬੀਰ ਨਾਲ ਸਾਂਝ ਪਾਉਣੀ ਨਾ, ਫਿਰ ਆਪਾਂ ਲੜਕਾ ਅਤੇ ਲੜਕੀ ਵੇਚ ਦਿਓ, ਭਾਵ ਮਨ ਅਤੇ ਮਤ ਛੱਡ ਦਿਓ, ਇਹ ਗੁਰੂ ਨੂੰ ਅਰਪਣ ਕਰ ਦਿਓ। ਫਿਰ ਕਹਿੰਦਾ ਸਾਡਾ ਹਰੀ ਦੇ ਨਾਲ ਸੰਗਤ ਹੋ ਸਕਦੀ ਹੈ। ਜਦੋਂ ਅਸੀਂ ਗੁਰਮਤ ਧਾਰਨ ਕਰਾਂਗੇ, ਫਿਰ ਨਾਮ ਹੀ ਜਪਾਂਗੇ, ਹੋਰ ਕੀ ਕਰਾਂਗੇ। ਪੁੱਠੇ ਕੰਮ ਸਾਰੇ ਛੱਡ ਦਿਆਂਗੇ, ਨਾਮ ਜਪਣਾ ਸ਼ੁਰੂ ਕਰ ਦਿਆਂਗੇ। ਹੁਣ ਤਾਂ ਮਨੁੱਖ ਨੂੰ ਪੁੱਠੇ ਕੰਮਾਂ ਤੋਂ ਵੇਲ ਹੀ ਨਹੀਂ, ਨਾਮ ਕਿਸ ਵੇਲੇ ਜਪੇ ਹੈ। ਜੋ ਗੁਰਬਾਣੀ ਅਵਰ ਕਾਜ ਤੇਰੇ ਕਿਤੇ ਨਾ ਕਾਮ, ਹੁਣ ਅਵਰ ਕਾਜ ਕਿਹੜੇ ਨੇ? ਗੁਰਬਾਣੀ ਦੇ ਵਿਰੁੱਧ ਜਿੰਨੇ ਵੀ ਅਸੀਂ ਕੰਮ ਕਰਦੇ ਹਾਂ, ਸਾਰੇ ਅਵਰ ਕਾਜ ਨੇ। ਕਹਿੰਦੇ ਤੇਰੇ ਕਿਸੇ ਕੰਮ ਨਹੀਂ ਆਉਣੇ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਾਜੇ ਕੇਵਲ ਨਾਮ। ਇਹ ਅਵਰ ਕਾਜ ਛੱਡਣੇ ਨੇ।
ਉਹ ਕੰਮ ਜੋ ਗੁਰਬਾਣੀ ਦੇ ਵਿਰੁੱਧ ਨੇ। ਚੋਰੀ ਕਰਨਾ ਗੁਰਬਾਣੀ ਦੇ ਵਿਰੁੱਧ ਹੈ, ਡਾਕੇ ਮਾਰਨਾ ਗੁਰਬਾਣੀ ਦੇ ਵਿਰੁੱਧ ਹੈ, ਲੁੱਟਾਂ ਖੋਹਾਂ ਕਰਨਾ ਗੁਰਬਾਣੀ ਦੇ ਵਿਰੁੱਧ ਹੈ, ਰਿਸ਼ਵਤਾਂ ਲੈਣੀਆਂ ਗੁਰਬਾਣੀ ਦੇ ਵਿਰੁੱਧ ਹੈ, ਕਪੜੇ ਕਰਨੇ ਗੁਰਬਾਣੀ ਦੇ ਵਿਰੁੱਧ ਹੈ, ਲੋਕਾਂ ਨੂੰ ਕੁੱਟਣਾ ਮਾਰਨਾ ਬੇਇੱਜ਼ਤ ਕਰਨਾ ਗੁਰਬਾਣੀ ਦੇ ਵਿਰੁੱਧ ਹੈ, ਨਸ਼ੇ ਕਰਨਾ ਗੁਰਬਾਣੀ ਦੇ ਵਿਰੁੱਧ ਹੈ, ਨਸ਼ੇ ਵੇਚਣਾ ਵੀ ਗੁਰਬਾਣੀ ਦੇ ਵਿਰੁੱਧ ਹੈ, ਵੱਧ ਚਲਣੀ ਕਰਨਾ ਗੁਰਬਾਣੀ ਦੇ ਵਿਰੁੱਧ ਹੈ, ਕੌੜਾ ਬੋਲਣਾ ਗੁਰਬਾਣੀ ਦੇ ਵਿਰੁੱਧ ਹੈ, ਕਿਸੇ ਨੂੰ ਜਾਤ ਅਤੇ ਧਰਮ ਦੇ ਆਧਾਰ 'ਤੇ ਨਫ਼ਰਤ ਕਰਨਾ ਇਹ ਵੀ ਗੁਰਬਾਣੀ ਦੇ ਵਿਰੁੱਧ ਹੈ। ਇਹ ਅਵਰਕਾਜ ਨੇ, ਕਹਿੰਦੇ ਤੇਰੇ ਸੇ ਕਿਸੇ ਕੰਮ ਨਹੀਂ ਆਉਣੇ। ਇਹ ਸਾਰੇ ਅਵਰਕਾਜ ਛੱਡ ਦੇ, ਫਿਰ ਕਹਿੰਦੇ ਰੱਬ ਦਾ ਨਾਮ ਜਪਿਆ ਜਾ ਸਕਦਾ ਹੈ, ਨਹੀਂ ਤੇ ਸਭ ਐਵੇਂ ਵਿਖਾਵਾ ਹੋਵੇਗਾ। ਅਵਰਕਾਜ ਵੀ ਕਰ ਰਿਹਾ ਤੇ ਗੁਰਦੁਆਰੇ ਵੀ ਜਾ ਰਿਹਾ, ਨਹੀਂ ਕੋਈ ਨਹੀਂ ਗੱਲ ਬਣਨੀ, ਜਾਈ ਜੋ ਸਾਰੀ ਉਮਰ ਭਾਵੇਂ ਜਾਈ ਜੋ, ਨਹੀਂ ਗੱਲ ਬਣਦੀ। ਇਹ ਅਵਰਕਾਜ ਤਿਆਗਣੇ ਪੈਂਦੇ ਨੇ। ਅਵਰਕਾਜ ਛੱਡਾਂਗੇ ਤਾਂ ਹੀ ਸੁਖੀ ਹੋਵਾਂਗੇ। ਸ਼ੁਭ ਕਰਮ ਕਰਨੇ ਨੇ, ਸ਼ੁਭ ਕਰਮ ਕਰਨ ਨਾਲ ਜੀਵਨ ਸੁਖੀ ਹੋ ਜਾਏਗਾ, ਇਹ 'ਚ ਕੋਈ ਸ਼ੱਕ ਨਹੀਂ, ਪਰ ਪੂਰੀ ਤਰ੍ਹਾਂ ਸੁਖੀ ਨਹੀਂ ਹੋਵੇਗਾ। ਤੁਸੀਂ ਕਹੋਗੇ ਕਿਉਂ? ਜਦੋਂ ਕੰਮ ਹੀ ਸ਼ੁਭ ਹੋ ਗਏ, ਮਾੜਾ ਕੰਮ ਹੀ ਨਹੀਂ ਕਰਨਾ, ਤੇ ਫਿਰ ਵੀ ਕਿਉਂ ਦੁੱਖ ਹੈ? ਜੋ ਪਿਛਲੇ ਜਨਮਾਂ 'ਚ ਕਰਮ ਕੀਤੇ ਨੇ ਉਹਨਾਂ ਕਰ ਦੁੱਖ ਆਉਣੇ। ਜੋ ਪਿਛਲੇ ਜਨਮ 'ਚ ਪੁੱਠੇ ਕੰਮ ਕੀਤੇ, ਹੁਣ ਤੇ ਚਲੋ ਛੱਡਤੇ, ਹੁਣ ਜਿਹੜੇ ਪਹਿਲਾਂ ਹੋ ਗਏ ਉਹ ਭੋਗਣੇ ਪੈਣੇ ਨੇ। ਜਦੋਂ ਕਰਮ ਭੋਗਣੇ ਪੈਣੇ, ਸਾਡੀ ਜ਼ਿੰਦਗੀ ਦੁੱਖ ਆਉਣਾ। ਹਾਲਾਂਕਿ ਹੁਣ ਅਸੀਂ ਕੋਈ ਮਾੜਾ ਕੰਮ ਨਹੀਂ ਕਰ ਰਹੇ, ਫਰਜ਼ ਕਰੋ ਕੋਈ ਕੰਮ ਗੁਰਬਾਣੀ ਦੇ ਵਿਰੁੱਧ ਨਹੀਂ ਕਰ ਰਹੇ, ਫਿਰ ਵੀ ਦੁੱਖ ਆ ਰਿਹਾ, ਕਿਉਂਕਿ ਪਿਛਲੇ ਕਰਮ ਖੜੇ ਨੇ। ਤਾਂ ਗੁਰਬਾਣੀ ਸਾਨੂੰ ਗਾਈਡ ਕਰਦੇ, ਤੁਸੀਂ ਬਾਣੀ ਪੜ੍ਹੋ, ਨਾਮ ਜਪੋ। ਜਿਹਨੂੰ ਬਾਣੀ ਨਹੀਂ ਪੜ੍ਹਨੀ, ਨਾਮ ਜਪੀ ਜਾਓ, ਨਾਮ ਜਪੀ ਜਾਓ। ਉਹਦੇ ਨਾਲ ਕੀ ਹੋਏਗਾ? ਮਗਰਲੇ ਕਰਮ ਸੜ ਜਾਣਗੇ, ਮਗਰਲੇ ਕਰਮ ਹੀ ਸੜ ਜਾਣਗੇ, ਫਿਰ ਮਗਰਲੇ ਕਰਮ ਭੋਗਣੇ ਨਹੀਂ ਪੈਣੇ। ਹੁਣ ਆਪਾਂ ਮਾੜਾ ਕਰਦੇ ਨਹੀਂ, ਬਸ ਆਪੇ ਠੀਕ ਹੋ ਜਾਏਗਾ ਸਭ ਕੁਛ। ਇਸ ਲਈ ਜਿੱਥੇ ਸ਼ੁਭ ਕਰਮ ਕਰਨੇ ਨੇ, ਉੱਥੇ ਨਾਮ ਵੀ ਜ਼ਰੂਰ ਜਪਣਾ ਹੈ, ਨਹੀਂ ਤਾਂ ਜੀਵਨ ਅਧੂਰਾ ਰਹਿ ਜਾਏਗਾ। ਜਿਵੇਂ ਜਿੱਥੇ ਅਸੀਂ ਮਾਇਆ ਕਮਾਣੀ ਹੈ, ਮਾਇਆ ਜ਼ਰੂਰ ਕਮਾਣੀ। ਗੁਰੂ ਮਹਾਰਾਜ ਸ਼ਰਤ ਲਈ 10 ਨੌਂ ਦੀ ਕਿਰਤ ਕਰਨੀ ਹੈ, ਆਪਣਾ 10 ਨੌਂ ਦੀ ਕਿਰਤ ਕਰਕੇ ਮਾਇਆ ਕਮਾਣੀ ਹੈ। ਮਾਇਆ ਕੋਲ ਹੋਵੇਗੀ ਤਾਂ ਹੀ ਘਰ ਹੋਵੇਗਾ, ਮਾਇਆ ਕੋਲ ਹੋਵੇਗੀ ਤਾਂ ਹੀ ਰੋਟੀ ਖਾਓਗੇ, ਮਾਇਆ ਕੋਲ ਹੋਵੇਗੀ ਤਾਂ ਹੀ ਕੋਈ ਕੱਪੜਾ ਖਰੀਦੋਗੇ ਨਾ, ਮਾਇਆ ਕੋਲ ਹੋਏਗੀ ਤਾਂ ਹੀ ਕੋਈ ਸਕੂਟਰ ਮੋਟਰਸਾਈਕਲ ਖਰੀਦੋਗੇ। ਜੇ ਮਾਇਆ ਨਹੀਂ ਤਾਂ ਫਿਰ ਭੁੱਖੇ ਮਰੋ, ਫਿਰ ਭੁੱਖੇ ਹੀ ਮਰਨੇ, ਮੰਗਤੇ ਹੀ ਬਣਨੇ ਨਾ। ਇਸ ਲਈ ਕਿ ਕਿਰਤ ਕਰੋ। ਮਾਇਆ ਕੀ ਕਰਦੀ ਹੈ? ਸਰੀਰਕ ਸੁੱਖ ਦਿੰਦੀ ਹੈ, ਇਹ 'ਚ ਕੋਈ ਸ਼ੱਕ ਨਹੀਂ। ਗਰਮੀਆਂ 'ਚ ਏਸੀ ਲੱਗੇ ਹੋਏ ਨੇ, ਬਾਹਰ ਕਿੰਨੀ ਕੜਕਵੀਂ ਧੁੱਪ ਪੈ ਰਹੀ, ਕੋਈ ਪਰਵਾਹ ਨਹੀਂ, ਆਪਣਾ ਦੁਪਹਿਰੇ ਪਏ ਏਸੀ ਲੱਗ ਪਾਉਣ। ਰਾਤ ਨੂੰ ਕੋਈ ਮੱਛਰ ਨਹੀਂ ਲੜਦਾ, ਕੁਛ ਨਹੀਂ, ਏਸੀ ਲੱਗਾ ਪਏ ਆ। ਜਦੋਂ ਇਹ ਚੀਜ਼ਾਂ ਨਹੀਂ ਸਨ, ਜਦੋਂ ਪੱਖੇ ਵੀ ਨਹੀਂ ਸਨ, ਕੂਲਰ ਦੀ ਤਾਂ ਗੱਲ ਹੀ ਛੱਡੋ, ਪੱਖੇ ਵੀ ਜਦੋਂ ਨਹੀਂ ਸਨ, ਜਿਹੜੇ ਉਸ ਵੇਲੇ ਦੀ ਉਮਰ ਵਾਲੇ ਬੰਦੇ ਨੇ ਉਹਨੂੰ ਪੁੱਛ ਕੇ ਵੇਖੋ, ਉਦੋਂ ਤੇ ਹੁਣ ਦੇ ਜੀਵਨ 'ਚ ਜ਼ਮੀਨ ਅਸਮਾਨ ਦਾ ਫਰਕ ਹੈ। ਰਾਜੇ ਮਹਾਰਾਜੇ ਹੋਏ ਪਹਿਲਾਂ, ਤਖਤੇ ਤਉਸਾਂ 'ਤੇ ਬੈਠਣ ਵਾਲੇ ਸ਼ਾਹ ਜਹਾਨ ਵਰਗੇ। ਉਹਦੇ ਹਵਾਈ ਜਹਾਜ਼ ਹੀ ਨਹੀਂ ਸਨ, ਵਿਚਾਰੇ ਸਫ਼ਰ ਹੀ ਨਾ ਕਰ ਸਕੇ। ਹੁਣ ਗਰੀਬ ਬੰਦਾ ਹਵਾਈ ਜਹਾਜ਼ ਦਾ ਸਫ਼ਰ ਕਰ ਆਉਂਦਾ ਹੈ, ਨਾ ਉਹਦਾ ਕੋਈ ਕੂਲਰ, ਨਾ ਉਹਦਾ ਕੋਈ ਏਸੀ, ਨਾ ਉਹਦਾ ਕੋਈ ਪੱਖਾ, ਨਾ ਕੋਈ ਆਵਾਜਾਈ ਦਾ ਬਸ ਰੱਥ ਜਾਂ ਉਹਨਾਂ ਕੋਲ ਹੁੰਦਾ ਸੀ, ਜਾਂ ਘੋੜੇ ਜਾਂ ਹਾਥੀ ਹੁੰਦੇ ਸੀ। ਹੁਣ ਤਾਂ ਕਿੰਨਾ ਕੁਛ ਹੋ ਗਿਆ ਹੈ। ਸੋ ਮਾਇਆ ਨਾਲ ਹੀ ਸਰੀਰਕ ਸੁੱਖ ਖਰੀਦ ਸਕਦੇ ਹਾਂ, ਕੋਈ ਸ਼ੱਕ ਨਹੀਂ ਹੈ, ਪਰ ਮਨ ਉਸੇ ਤਰ੍ਹਾਂ ਦੁਖੀ ਰਹਿੰਦਾ। ਅਮੀਰ ਦਾ ਮਨ ਵੀ ਦੁਖੀ ਹੈ। ਅਮੀਰ ਕਰੋੜਾਂ ਅਰਬਾਂ ਨਾਲ ਨਹੀਂ ਰੱਜਿਆ, ਉਹ ਕਹਿੰਦੇ ਸਰਕਾਰ ਹੀ ਖਰੀਦ ਲਓ, ਨਿਬੜਿਆ ਕੰਮ। ਅਮੀਰ ਨਾ ਸਰਕਾਰਾਂ ਹੀ ਖਰੀਦ ਲੈਂਦੇ ਨੇ, ਪ੍ਰਧਾਨ ਮੰਤਰੀ ਖਰੀਦ ਲਓ, ਮੁੱਖ ਮੰਤਰੀ ਖਰੀਦ ਲਓ, ਗੱਲ ਖਤਮ ਹੋ ਗਈ, ਆਪਣੀ ਚੱਲੂ ਹੁਣ। ਉਹ ਖਰੀਦ ਲੈਂਦੇ ਨੇ।
क्योंकि हर बंदे की कीमत है। मैनू भी खरीदा जा सकता, ये नहीं मैं इत्थे ताबिया बैठा मैनू नहीं खरीदा जा सकता। किसी की कोई कीमत होंगी, किसी की कोई कीमत होंगी, हर बंदे की कीमत है। माया 'च बड़ी ताकत है, पर माया सरीरक सुख दिंदी है, मानसिक सुख नहीं दिंदी। फिर साडा सुख अधूरा रह गया ना। कपड़े वधिया पा रहे हैं, एयर कंडीशन कार 'च भी जा रहे हाँ, जा रहे हैं, मन कल्प रहा है, मन कल्प रहा है। क्यों? नाम नहीं जपदा। नाम तो बिना मन शांत नहीं हुंदा। मन नाम तो सिमरों सिमर सिमर सुख पावों, कल कलेश तन तन माहे मिटावों। देखो ऐसे शुरू नहीं सुखमनी साहब, पहली लाइन चले गया, सिमरों सिमर सिमर सुख पावों, कल कलेश तन माहे मिटावों। अंदरों कला कलेश तां ही खत्म होएगी जे सिमरन करांगे। वो मनुख करदा नहीं, इसलिए अंदरों दुखी रहिंदा है, वो मन दुखी रहिंदा। शरीर सुखी है, मन दुखी है, मन दुखी है, नहीं गल बनदी। मैं गुरु महाराज का बड़ा ही शुक्रगुजार होना, जिन्हों ने 3 वड्डे जिहड़े सिद्धांत संसार नूं दिते। किरत करो, नाम जपो, वंड के छको। क्या जबरदस्त सिद्धांत ने। कम्युनिस्टां ने भी 2 चीज़ां कहियां सन। कम्युनिज्म तो सिख धर्म तो बहुत देर बाद आया, उन्होंने 2 कहे, किरत करो, वंड के छको। वो अधूरे रह गए। अधूरे होने करके कम्युनिज्म संसार चो खत्म हो गया। और चीन वर्गे देश थोड़ा जिहा हैगा, बाकी मुक गया कम। क्यों? जो भी अधूरा होवेगा एक दिन खत्म हो जाएगा। बुद्ध धर्म खत्म हो गया है हिंदुस्तान चो। क्यों? वो कहते छड़े रहो, कुआरे रहो, वो धर्म खत्म हो गया, क्यों? कुदरत के विरुद्ध सी वो। इसलिए सिख ने दोनों काम करने, किरत भी करनी है, नाम भी जपना। किरत करके बाहरों सुखी, नाम जप के अंदरों सुखी। है जीओ निर्मल, बाहरों निर्मल, बाहरों निर्मल, जीओ तो निर्मल, तां ही निर्मल होवांगे ना। बाहरों असीं साफ हाँ, मन गंदा है, नहीं गल बनेगी। मन साफ है, बाहरों गंदा है, तां भी नहीं गल बनेगी। बाहरों भी साफ, अंदरों भी साफ, फिर असल साफ है। इस तरह जब असीं बाहरों सुखी होवें तो अंदरों भी सुखी होवेंगे। असल सुखी असीं उदों हाँ, तो वो 2 गल्लां ते पहरा देना पेगा। किरत करो ते दूजा नाम जपो। मनुख ने दोनों ही काम औखे लगते हैं। वो पैसे की हवस है, होर माया, होर माया, होर माया चाहिए, राजी नहीं है। साड़ी कलोनी का एक मुंडा प्रेम सी चंगा, वो एक कंपनी लगा, उन्होंने 16 लाख रुपये साल का मिलता से। टैलीफोन आया, बाबा जी मैनू फलानी कंपनी 18 लाख दिंदी है, मैं उस चले जावां? मैं हुक्मनामा लिया, यस आ गई, मैं हाँ जा सकता। वो चले गए। 2 साल बाद फिर टैलीफोन आया, बाबा जी एक कंपनी मैनू ना 22 लाख दिंदी है, मैं उत्थे चले जावां? मैं गुरु महाराज ने पूछा ना, हाँ करती, मैं चले जा। 22 लाख चले गए। फिर 2 साल बाद फिर टैलीफोन आया, जी एक कंपनी मैनू 32 लाख दिंदी है, मैं उत्थे चले जा? आगे आ गए, मैं चले जा। 40 साल का मुंडा 32 लाख रुपया साल का कमा रहा है। साल के बाद है, बाबा जी मैं कनेडा चले जावां? मैं की गल, अजे रज्जिया नहीं तू, अजे रज्जिया नहीं, कोई कसर है? हुक्मनामा लिया, यस आ गई, कनेडा प्रवास में चले गए। दूजा भरा कहते मैं भी जाना है, दूजा भरा प्रवास चले गया। बापू बेबे मगर बुढ़े रह गए, रिटायर रह गए, वो भी चले गए, मकान किराए तो दे गए थे, चले गए। ये मन नहीं भरिया करता। मन क्यों? नाम जपन वाले नहीं सन,
ਅੰਦਰ ਸਬਰ ਸੰਤੋਖ ਨਾ ਪੈਦਾ ਹੋਇਆ, ਤੇ ਬਿਨਾਂ ਸੰਤੋਖ ਨਾ ਕੋ ਰਾਜੇ, ਗੁਰਬਾਣੀ ਕਹਿੰਦੇ। ਨਾਮ ਤੋਂ ਬਿਨਾਂ ਅੰਦਰ ਸਬਰ ਸੰਤੋਖ ਪੈਦਾ ਹੋ ਹੀ ਨਹੀਂ ਸਕਦਾ। ਯਾਦ ਰੱਖਿਓ, ਨਾਮ ਨੇ ਅੰਦਰ ਸਬਰ ਸੰਤੋਖ ਪੈਦਾ ਕਰ ਦੇਣਾ, ਤੇ ਜਿਹਦੇ ਅੰਦਰ ਸਬਰ ਸੰਤੋਖ ਹੈ ਉਹ ਤੇ ਰੱਜਿਆ ਹੋਇਆ ਹੈ। ਰੱਜੇ ਹੋਏ ਨੂੰ ਅਮੀਰ ਕਹੋਗੇ, ਭੁੱਖੇ ਨੂੰ ਕੀ ਅਮੀਰ ਕਹੋਗੇ? ਇਸ ਲਈ ਕਬੀਰ ਸਾਹਿਬ ਕਹਿੰਦੇ, ਲੜਕਾ ਵੇਚੋ, ਲੜਕੀ ਵੇਚੋ, ਭਾਵ ਆਪਣਾ ਮਨ ਵੇਚੋ, ਆਪਣੀ ਮੱਤ ਗੁਰੂ ਨੂੰ ਵੇਚ ਦਿਓ। ਕਿ ਵੇਚਣ ਤੋਂ ਭਾਵੇਂ ਤੁਹਾਡਾ ਕੋਈ ਇਸ 'ਤੇ ਅਧਿਕਾਰ ਨਹੀਂ ਰਹੇਗਾ, ਤੁਹਾਡਾ ਮਨ ਤੁਹਾਡੇ ਵੱਸ 'ਚ ਨਹੀਂ ਹੋਏਗਾ, ਤੁਸੀਂ ਵੇਚਤਾ ਹੈ। ਤੁਸੀਂ ਆਪਣੀ ਮੱਤ ਵੀ ਗੁਰੂ ਨੂੰ ਵੇਚ ਦਿੱਤੀ ਹੈ। ਹੁਣ ਨਾ ਤੁਹਾਡਾ ਮਨ ਰਿਹਾ, ਨਾ ਤੁਹਾਡੀ ਮੱਤ ਰਹੀ ਹੈ। ਹੁਣ ਆ ਗਈ ਗੁਰਮਤ, ਉਹਦੀ ਥਾਂ ਮਨ ਮੱਤ ਦੀ ਥਾਂ 'ਤੇ ਆ ਗਈ ਗੁਰਮਤ। ਕਹਿੰਦਾ ਕਬੀਰ ਸਾਹਿਬ ਕਹਿੰਦੇ, ਜਿਹੜਾ ਆਪਣਾ ਲੜਕਾ ਅਤੇ ਲੜਕੀ ਵੇਚਦੇ ਨਾ, ਉਹਦਾ ਮੇਰੇ ਨਾਲ ਸਾਂਝਗਿਰੀ ਹੋ ਸਕਦੀ ਹੈ। ਸਾਂਝਾ ਕਰੇ ਕਬੀਰ ਸਾਹਿਬ ਕਹਿੰਦੇ, ਮੇਰੇ ਨਾਲ ਉਹਦੀ ਸਾਂਝ ਹੋ ਸਕਦੀ ਹੈ। ਹਰ ਸੰਗ ਵਣਜ ਕਰੇ, ਅਤੇ ਫਿਰ ਅਸੀਂ ਉਹਦੇ ਨਾਲ ਰਲ ਕੇ ਰੱਬੀ ਵਪਾਰ ਕਰਾਂਗੇ, ਨਾਮ ਦਾ ਵਪਾਰ ਕਰਾਂਗੇ। ਨਾਮ ਜਪਾਂਗੇ, ਨਾਮ ਜਪਾਵਾਂਗੇ। ਵਪਾਰ 'ਚ ਦੋਨੋਂ ਚੀਜ਼ਾਂ ਆਉਂਦੀਆਂ। ਵਪਾਰ ਦੇ ਵਿੱਚ ਚੀਜ਼ ਖਰੀਦੀ ਵੀ ਜਾਂਦੀ ਹੈ ਅਤੇ ਵੇਚੀ ਵੀ ਜਾਂਦੀ ਹੈ। ਆਪਾਂ ਆਮ ਲੋਕ ਵਪਾਰੀ ਨਹੀਂ, ਅਸੀਂ ਬਾਜ਼ਾਰ 'ਚੋਂ ਚੀਜ਼ਾਂ ਖਰੀਦਦੇ ਹਾਂ, ਸਾਡੇ ਕੋਲ ਵੇਚਣ ਨੂੰ ਕੁਛ ਨਹੀਂ ਹੈ। ਜਿਹੜਾ ਖਰੀਦੇ ਵੀ ਅਤੇ ਵੇਚੇ ਵੀ ਉਹਨੂੰ ਵਪਾਰੀ ਕਹਿੰਦੇ ਨੇ। ਸਿੱਖ ਨੇ ਵੀ ਨਾਮ ਦਾ ਵਪਾਰੀ ਬਣਨਾ, ਨਾਮ ਜਪਣਾ ਅਤੇ ਨਾਮ ਜਪਵਾਉਣਾ। ਆਪ ਵੀ ਜਪਣਾ, ਦੂਜਿਆਂ ਨੂੰ ਵੀ ਪ੍ਰੇਰਨਾ ਦੇਣੀ ਹੈ। ਆਓ ਰਲ ਕੇ ਨਾਮ ਜਪੀਏ। ਸੋ ਤਾਂ ਕਹਿੰਦੇ ਰੱਬ ਦਾ ਵਣਜ ਹੋਏਗਾ। ਅੱਗੇ ਕਬੀਰ ਸਾਹਿਬ ਕਹਿੰਦੇ, ਕਬੀਰ ਇਹ ਚੇਤਾਵਨੀ ਮਤ ਸਹਿਸਾ ਰਹਿ ਜਾਏ। ਇਹ ਹਿੰਦੀ ਦਾ ਸ਼ਬਦ ਜਿਹਨੂੰ ਆਪਾਂ ਕਹਿੰਦੇ ਸੰਸਾ, ਸ਼ੰਕਾ, ਡਾਊਟ, ਹਿੰਦੀ ਕਹਿੰਦੇ ਸਹਿਸਾ। ਕਬੀਰ ਇਹ ਚੇਤਾਵਨੀ ਮਤ ਸਹਿਸਾ ਰਹਿ ਜਾਏ। ਪਾਛੈ ਭੋਗ ਜੋ ਭੋਗਵੇ, ਤਿਨ ਕੋ ਗੁੜ ਲੈ ਖਾਏ। ਕਬੀਰ ਸਾਹਿਬ ਚੇਤਾਵਨੀ ਦੇ ਰਹੇ ਨੇ। ਕਹਿੰਦੇ ਕਿਤੇ ਮਨ 'ਚ ਸ਼ੰਕਾ ਰਹਿ ਜੇ, ਮੈਂ ਕਿਹਾ ਤੁਹਾਨੂੰ ਦੱਸ ਰਿਹਾ, ਤੁਹਾਨੂੰ ਚੇਤਾਵਨੀ ਦੇ ਰਿਹਾ, ਕਿਤੇ ਤੁਹਾਡੇ ਮਨ 'ਚ ਸੰਸਾ ਰਹਿ ਜੇ। ਪਾਛੈ ਭੋਗ ਜੋ ਭੋਗਵੇ, ਪਿੱਛੇ ਜਿਹੜੇ ਤੁਸੀਂ ਕੰਮ ਕਰ ਲੈਣ ਨਾ, ਜਿਹੜੇ ਪਿੱਛੇ ਜੀਵ ਦੇ ਸਵਾਦ, ਕਾਮ ਇੰਦਰੀਆਂ ਦੇ ਸਵਾਦ ਦੇ ਵਿੱਚ ਜੋ ਕੰਮ ਕਰ ਲੈਣ, ਉਹ ਹੁਣ ਭੋਗਣੇ ਪੈਣੇ ਨੇ। ਉਹ ਭੋਗਣੇ ਪੈਣੇ ਨੇ। ਉਹ ਕਿਵੇਂ ਉਹਨਾਂ ਤੋਂ ਛੁਟਕਾਰਾ ਹੋ ਸਕਦਾ ਹੈ? ਤਿੰਨ ਕੋ ਗੁੜ ਲੈ ਖਾਹੇ, ਅਤੇ ਗੁੜ ਤੋਂ ਪਾਵੇ ਗੁਰਮੰਤਰ। ਗੁਰੂ ਤੋਂ ਗੁਰਮੰਤਰ ਲੈ ਕੇ ਉਹਨਾਂ ਭੋਗਾਂ ਨੂੰ ਖਾ ਜਾ, ਖਤਮ ਕਰ ਲੈ। ਜਿਹੜੇ ਤੂੰ ਮਾੜੇ ਕੰਮ ਕੀਤੇ ਨਾ ਪਿੱਛੇ, ਉਹ ਤੈਨੂੰ ਭੋਗਣੇ ਪੈਣੇ ਨੇ। ਉਹ ਫਿਰ ਬੜਾ ਔਖਾ। ਕਰਮ ਕਰਨਾ ਆਸਾਨ ਹੁੰਦਾ, ਉਹਦਾ ਫਲ ਭੋਗਣਾ ਬਹੁਤ ਔਖਾ ਹੁੰਦਾ। ਇੱਕ ਕੱਲ੍ਹ ਪਰਸੋਂ ਹੋਇਆ ਸੀ, ਕੋਈ ਇੰਸਪੈਕਟਰ ਹੈ ਨਗਰ ਪਾਲਿਕਾ ਦਾ, 25,000 ਰਿਸ਼ਵਤ ਲੈ ਰਿਹਾ, ਫੜਿਆ ਗਿਆ। ਕਿਉਂ ਫੜਿਆ ਗਿਆ? ਜਿਹਨਾਂ ਨੂੰ ਮਹੀਨਾ ਦਿੰਦਾ ਸੀ ਉਹਨੂੰ ਨਹੀਂ ਦਿੱਤਾ ਹੋਣਾ, ਅਗਲੇ ਆ ਗਏ, ਹੋਰ ਤਾਂ ਕੋਈ ਗੱਲ ਨਹੀਂ। ਤੁਸੀਂ ਰਿਸ਼ਵਤ ਲੈਂਦੇ ਹੋ, ਉੱਪਰ ਮਹੀਨਾ ਦੇਈ ਚੱਲੋ, ਤੁਹਾਨੂੰ ਕੋਈ ਕੁਛ ਨਹੀਂ ਕਹਿੰਦਾ। ਤੁਸੀਂ ਮਹੀਨਾ ਨਹੀਂ ਦਿੰਦੇ, ਆਪਣੀ ਜੇਬ 'ਚ ਹੀ ਸਾਰੇ ਪੈਸੇ ਪਾਈ ਰੱਖਦੇ, ਬਸ ਫਿਰ ਫਸਾ ਲੈਂਦੇ ਨੇ, ਹੋਰ ਕੋਈ ਗੱਲ ਨਹੀਂ ਹੈ। ਰਿਸ਼ਵਤ ਚੱਲੀ ਜਾ ਰਹੀ ਹੈ। ਸਭ ਤੋਂ ਪਹਿਲਾਂ ਰਿਸ਼ਵਤ 2 ਮਹਿਕਮੇ 'ਚ ਚੱਲੀ ਸੀ, ਜਦੋਂ ਦੇ ਬੜੇ ਨੇ ਮਹਿਕਮੇ, ਇੱਕ ਪਟਵਾਰੀ ਅਤੇ ਦੂਜਾ ਪੁਲਿਸ ਵਾਲਾ। ਇਹ ਤਾਂ ਜਦੋਂ ਦੇ 2 ਮਹਿਕਮੇ ਬਣੇ ਨੇ, ਉਦੋਂ ਤੋਂ ਹੀ ਰਿਸ਼ਵਤ ਲੈ ਰਹੇ ਹਨ। ਬਾਕੀ ਮਹਿਕਮੇ ਤੋਂ ਬਾਅਦ ਸ਼ੁਰੂ ਕੀਤਾ। ਉੱਪਰ ਭੇਜੀ ਜੋ ਹਿੱਸਾ, ਤੁਹਾਨੂੰ ਕੋਈ ਕੁਛ ਨਹੀਂ ਕਹੇਗਾ। ਜੇ ਤੁਸੀਂ ਲਾਲਚ ਕੀਤਾ ਨਾ, ਉੱਪਰ ਕੀ ਭੇਜਣੇ, ਆਪ ਹੀ ਰੱਖ ਲਓ, ਬਸ ਫਿਰ ਫਸਾ ਲੈਂਦੇ ਨੇ। ਪਤਾ ਤੇ ਸਾਰੇ ਰੱਖਦੇ, ਫਿਰ ਆਪਣਾ ਇੱਕ ਬੰਦਾ ਤਿਆਰ ਕਰ ਲੈਂਦੇ ਨੇ। ਲੈ ਵੀ ਸੱਜਣਾ, ਤੂੰ ਆਹ ਕੰਮ ਕਈ ਫਲਾਣੇ ਨੂੰ,
ਉਹ ਕਹੂ ਮੈਂ ਤਾਂ ਇੰਨੇ ਪੈਸੇ ਲੈਣੇ, ਰਿਸ਼ਵਤ ਵਾਲਾ ਤਾਂ ਕਹੂਗਾ ਮੈਂ ਤਾਂ ਇੰਨੇ ਪੈਸੇ ਲਾਂਗਾ। ਨਹੀਂ ਜੀ ਇੰਨੇ ਤਾਂ ਹੈ ਨਹੀਂ ਜੀ, ਕੋਈ ਘੱਟ ਕਰ ਲਓ ਜੀ। ਚਲੋ ਜਿੱਥੇ ਉਹ ਮੰਨ ਜਾਏ ਉਹਨੂੰ ਕਿ ਮੈਂ ਜੀ ਲਿਆਉਣਾ ਘਰੋਂ ਪੈਸੇ, ਅਤੇ ਤੂੰ ਸਾਨੂੰ ਆ ਕੇ ਦੱਸੀ, ਅਸੀਂ ਸਿੰਪਲ ਵਰਦੀ 'ਚ ਅਤੇ ਨਾਲ ਹੀ ਚਲੇ ਚੱਲਾਂਗੇ, ਅੰਦਰ ਨਹੀਂ ਵੜਾਂਗੇ। ਜਦ ਤੂੰ ਉਹਨੂੰ ਪੈਸੇ ਫੜਾਏਗਾ, ਪੈਸੇ ਫੜੇਗਾ ਨਾ, ਉਹਦੇ ਅਸੀਂ ਜੱਫਾ ਮਾਰ ਲਾਂਗੇ, ਆ ਜਾ ਵੀ ਸੱਜਣ ਜਾਂਦਾ ਕਿੱਥੇ। 25,000 ਲਿਆ, ਇੱਕ ਦਿਨ ਦਾ ਉਂਝ ਕੁੱਟ ਖਾਧੀ, ਹੁਣ 2 ਦਿਨ ਦਾ ਰਿਮਾਂਡ ਲੈ ਲਿਆ ਪੁਲਿਸ ਨੇ, 2 ਦਿਨ ਹੋਰ ਕੁੱਟ ਖਾਊ। ਜਿੰਨਾ ਕਮਾਇਆ ਸੀ ਹਰਾਮ ਦਾ ਪੈਸਾ ਨੌਕਰੀ ਦਾ, ਅੱਜ ਤੱਕ ਉਹ ਸਾਰਾ ਪੁਲਿਸ ਵਾਲੇ ਲੈ ਜਾਣਾ। ਜਦੋਂ ਸਾਰਾ ਲੈ ਲੈਣਗੇ ਫਿਰ ਕੋਰਟ 'ਚ ਜਾ ਕੇ ਪੁਲਿਸ ਵਾਲੇ ਕਹੇ ਹੋਰ ਰਿਮਾਂਡ ਦੀ ਲੋੜ ਨਹੀਂ ਜੀ, ਕੋਈ ਪਤਾ ਹੁਣ ਇਹਦੇ ਕੋਲ ਹੋਰ ਕੁਝ ਹੈ ਹੀ ਨਹੀਂ। ਜਾ ਸੱਜਣਾ ਹੁਣ ਵਕੀਲਾਂ ਕੋਲ ਧੱਕੇ ਖਾ, ਵਕੀਲ ਕਰ ਅਤੇ ਕਈ ਸਾਲ ਮੁਕੱਦਮਾ ਲੜ, ਪਤਾ ਨਹੀਂ ਬਰੀ ਹੋਵੇਗਾ ਕਿ ਨਹੀਂ ਹੋਵੇਗਾ। ਕਿਉਂ? ਦਸਾਂ ਨੂੰ ਦੀ ਕਿਰਤੀ ਨਹੀਂ ਮਨੁੱਖ ਕਰਕੇ ਰਾਜੀ। ਇਹ ਜਿਹੜੇ ਫਿਰ ਤਾਂ ਕਹਿੰਦੇ ਪਾਛੈ ਭੋਗ ਜੋ ਭੋਗਵੇ, ਜਿਹੜੇ ਤੂੰ ਪਹਿਲਾਂ ਭੋਗ ਲੈਣਾ, ਮਾੜੇ ਕੰਮ ਕਰ ਲੈਣੇ, ਹੁਣ ਤੂੰ ਅੱਗੇ ਤੋਂ ਹੋ ਜਾ ਠੀਕ। ਅਤੇ ਪਿਛਲੇ ਦਿਨ ਗੁਰੂ ਤੋਂ ਲੈ ਕੇ ਗੁਰਮੰਤਰ, ਕਹਿੰਦੇ ਗੁਰਮੰਤਰ ਲੈ, ਉਹਦਾ ਨਾਮ ਜਪ, ਫਿਰ ਤੂੰ ਇਹਨਾਂ ਸਾਰੇ ਜਿਹੜੇ ਭੋਗਾਂ ਇਹਨਾਂ ਨੂੰ ਖਾ ਜਾਏਗਾ, ਪਾਪ ਖਤਮ ਕਰ ਲਵੇਗਾ। ਇਹ ਤਾਂ ਤੇਰੇ ਕਰਮ ਪਿਛਲੇ ਮਾੜੇ ਖਤਮ ਹੋਣੇ ਨੇ, ਨਹੀਂ ਤੇ ਖੜੇ ਰਹਿਣੇ ਨੇ। ਇਹਨਾਂ ਨੇ ਤੇਰੇ ਲਈ ਮੁਸੀਬਤ ਖੜੇ ਕਰੀ ਰੱਖਣੀ ਹੈ। ਅੱਗੇ ਕਬੀਰ ਸਾਹਿਬ ਕਹਿੰਦੇ, ਕਬੀਰ ਮੈਂ ਜਾਣਿਓ ਪੜਬੋ ਭਲੋ, ਪੜਬੇ ਸਿਉ ਭਲ ਜੋਗ, ਭਗਤ ਨਾ ਛਾਡੋ ਰਾਮ ਕੀ, ਭਾਵੇਂ ਨਿੰਦੋ ਲੋਗ। ਕਬੀਰ ਸਾਹਿਬ ਕਹਿੰਦੇ ਮੈਨੂੰ ਪਤਾ ਲੱਗਾ ਵੀ ਪੜ੍ਹਾਈ ਚੰਗੀ ਹੁੰਦੀ ਹੈ, ਪੜ੍ਹੋ ਭਲੋ, ਪੜ੍ਹਨਾ ਚੰਗਾ ਹੈ। ਫਿਰ ਮੈਨੂੰ ਕਿਸੇ ਜੋਗੀ ਨੇ ਕਿਹਾ ਨਹੀਂ, ਇਹ ਪੜ੍ਹਤਾਂ ਵਾਲੀ ਪੜ੍ਹਾਈ ਨਾਲੋਂ ਨਾ ਪੜ੍ਹਬੇ ਸਿਉ ਭਲ ਜੋਗ, ਤੂੰ ਯੋਗ ਮਤ ਧਾਰਨ ਕਰ ਲੈ, ਇਹ ਪੜ੍ਹਾਈ ਨਾਲੋਂ ਚੰਗਾ ਹੀ। ਫਿਰ ਹੋ ਗਿਆ ਗੁਰੂ ਨਾਲ ਮੇਲ। ਉਹ ਕਹਿੰਦਾ ਤੂੰ ਨਾਮ ਜਪ, ਤੈਨੂੰ ਕਿਸੇ ਯੋਗ ਮਤ ਦੀ ਲੋੜ ਨਹੀਂ, ਤੈਨੂੰ ਕੋਈ ਇਸ ਪੰਡਤਾਂ ਵਾਲੀ ਪੜ੍ਹਾਈ ਦੀ ਲੋੜ ਨਹੀਂ, ਤੂੰ ਨਾਮ ਜਪ। ਕਹਿੰਦੇ ਫਿਰ ਮੈਨੂੰ ਗੱਲ ਆ ਗਈ ਪਸੰਦ, ਫਿਰ ਮੈਂ ਕਦੇ ਨਾਮ ਜਪਣਾ ਸ਼ੁਰੂ ਕਰਤਾ। ਕਬੀਰ ਮੈਂ ਜਾਣਿਓ ਪੜ੍ਹਬੋ ਭਲੋ, ਪੜ੍ਹਬੇ ਸਿਉ ਭਲ ਜੋਗ। ਮੈਂ ਜਾਣਿਆ ਵੀ ਪੜ੍ਹਨਾ ਚੰਗਾ, ਜਿਵੇਂ ਪੰਡਤ ਪੜ੍ਹੇ ਲਿਖੇ ਨੂੰ ਆਦਰ ਮਾਣ ਹੁੰਦਾ। ਜਿਹੜੀ ਨੌਲੇਜ ਹੈ, ਇੰਗਲਿਸ਼ ਕਹਿੰਦੇ ਨੌਲੇਜ ਇਜ਼ ਪਾਵਰ, ਗਿਆਨ 'ਚ ਤਾਕਤ ਹੁੰਦੀ ਹੈ। ਗਿਆਨ ਨਾਲ ਬੰਦਾ ਦੂਜੇ ਨੂੰ ਪ੍ਰਭਾਵਿਤ ਕਰ ਦਿੰਦਾ ਹੈ। ਨੌਲੇਜ ਇਜ਼ ਪਾਵਰ ਹੁੰਦੀ ਹੈ। ਪੰਡਤ ਪੜ੍ਹੇ ਲਿਖੇ ਲੋਕ ਸਨ, ਉਹਨਾਂ ਦਾ ਆਦਰ ਮਾਣ ਸੀ ਸਮਾਜ 'ਚ, ਅਤੇ ਮੈਂ ਸੋਚਿਆ ਮੈਂ ਵੀ ਪੜ੍ਹ ਲਾਂ। ਫਿਰ ਇੱਕ ਜੋਗੀ ਮਿਲ ਪਿਆ, ਕਹਿੰਦੇ ਉਹ ਕਹਿੰਦੇ ਛੱਡ ਪੰਡਤਾਂ ਦੀ ਪੜ੍ਹਾਈ, ਤੂੰ ਯੋਗ ਮਤ ਧਾਰਨ ਕਰ ਲੈ। ਫਿਰ ਮਿਲ ਪਿਆ, ਕਹਿੰਦੇ ਗੁਰੂ, ਅਤੇ ਉਹਨੂੰ ਕਿਹਾ ਤੈਨੂੰ ਕਿਸੇ ਇਹਨਾਂ ਚੱਕਰਾਂ 'ਚ ਪੈਣ ਦੀ ਲੋੜ ਨਹੀਂ, ਤੂੰ ਗੁਰਮੰਤਰ ਲੈ ਅਤੇ ਨਾਮ ਜਪ। ਫਿਰ ਹੁਣ ਜਦੋਂ ਗਿਆਨ ਹੋ ਗਿਆ, ਹੁਣ ਕਬੀਰ ਸਾਹਿਬ ਪਤਾ ਕੀ ਕਹਿੰਦੇ, ਭਗਤ ਨਾ ਛਾਡੋ ਰਾਮ ਕੀ, ਭਾਵੇਂ ਨਿੰਦੋ ਲੋਕ। ਭਾਵੇਂ ਲੋਕ ਨਿੰਦੀ ਜਾਣ, ਜਲਾਹਾ ਜਿਹਾ ਕਰਦਾ ਕਿ ਲੱਗਾ ਰਾਮ ਰਾਮ ਕਰਨ। ਜਦੋਂ ਉਦੋਂ ਉੱਚੀ ਨੀਵੀਂ ਜਾਤ ਦਾ ਬਹੁਤ ਅਸਰ ਸੀ, ਉਹ ਜੇ ਵੀ ਹਿੰਦੁਸਤਾਨ 'ਚ ਬਹੁਤ ਹੈ। ਆਹ ਗਰੀਬਾਂ ਨਾਲ ਨੀਵੀਂ ਜਾਂ ਬਲਾਤਕਾਰ ਹੁੰਦੇ ਨੇ, ਪੁੱਛਦਾ ਹੀ ਕੋਈ ਨਹੀਂ ਹੈਗਾ, ਪੁੱਛਦੇ ਕੋਈ ਨਹੀਂ। ਉਹਨਾਂ ਦੀ ਰਿਪੋਰਟ ਹੀ ਨਹੀਂ ਦਰਜ ਕਰਦੇ, ਉਹਨਾਂ ਨੂੰ ਬੰਦੇ ਹੀ ਨਹੀਂ ਸਮਝਦੇ, ਬੰਦੇ ਨਹੀਂ ਸਮਝਦੇ। ਉੱਚੀਆਂ ਜਾਤਾਂ ਨੀਵੀਂ ਜਾਤਾਂ ਬੰਦੇ ਹੀ ਨਹੀਂ ਸਮਝਦੇ। ਪੰਜਾਬ 'ਤੇ ਗੁਰੂਆਂ ਦੀ ਧਰਤੀ ਹੋਣ ਕਰਕੇ, ਇੱਥੇ ਗੁਰਬਾਣੀ ਦਾ ਪ੍ਰਭਾਵ ਹੋਣ ਕਰਕੇ ਇੱਥੇ ਉਹ ਗੱਲ ਨਹੀਂ। ਆ ਪੰਜਾਬ ਦੇ ਉੱਪਰ ਦੂਜੇ ਸੂਬਿਆਂ ਚਲੇ ਜਾਓ, ਦੇਖੋ ਕੀ ਵਿਚਾਰ ਦਾ ਹਾਲ ਹੁੰਦਾ ਗਰੀਬਾਂ ਦਾ। ਇਸ ਲਈ ਲੱਗਾ ਜਲਾਹਾ ਰਾਮ ਰਾਮ ਕਰਨ, ਵੀ ਤੂੰ ਆਪਣੇ ਕੱਪੜੇ ਬੁਣ ਲੈ, ਤੈਂ ਰਾਮ ਰਾਮ ਤੋਂ ਕੀ ਲੈਣਾ। ਲਓ ਜੀ, ਚਮਿਆਰ ਵੀ ਰਾਮ ਰਾਮ ਲੱਗ ਗਏ ਨੇ ਕਰਨ।
ਕੀੜਿਆਂ ਨੂੰ ਖੰਭ ਲੱਗ ਗਏ ਨੇ ਜੀ। ਕਦੇ ਕਦੇ ਕੀੜੇ ਵੀ ਉੱਡਦੇ ਨੇ, ਖੰਭ ਲੱਗਦੇ ਨੇ, ਐਂ ਕਹਿੰਦੇ ਲੋਕ। ਇਹ ਕੀੜਿਆਂ ਨੂੰ ਵੀ ਖੰਭ ਲੱਗ ਗਏ ਨੇ। ਚਮਿਆਰ ਜਾਂ ਜੁੱਤੀਆਂ ਗਣਦਾ ਹੋਇਆ ਕਰਦਾ ਰਾਮ 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 ਰਾਮ। ਵੀ ਤੈਨੂੰ ਤੇ ਅਧਿਕਾਰ ਹੀ ਨਹੀਂ ਰਾਮ ਰਾਮ ਕਰਨ ਦਾ, ਤੈਨੂੰ ਕਿਹਨੇ ਕਹਿਤਾ? ਉਹ ਤਾਂ ਕਹਿੰਦੇ ਰਾਮ ਰਾਮ ਕਰਨ ਦਾ ਅਧਿਕਾਰ ਤੇ ਸਿਰਫ ਦੋ ਨੂੰ, ਇੱਕ ਬ੍ਰਾਹਮਣਾਂ ਨੂੰ, ਇੱਕ ਖੱਤਰੀਆਂ ਨੂੰ, ਬਾਕੀ ਤਾਂ ਕਿਸੇ ਨੂੰ ਹੈ ਹੀ ਨਹੀਂ ਕਦੇ। ਤੇ ਕਬੀਰ ਸਾਹਿਬ ਨੇ ਤਾਂ ਮਖੌਲ ਕਰਦੇ, ਤਾਂ ਹੀ ਕਹਿੰਦੇ ਨਿੰਦੋ। ਉਹ ਤਾਂ ਕਹਿੰਦੇ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ, ਨਿੰਦਾ ਹਮਕੋ ਖਰੀ ਪਿਆਰੀ। ਨਿੰਦਾ ਬਾਪ ਨਿੰਦਾ ਮੈਂ ਤਾਰੀ। ਕਹਿੰਦੇ ਨਿੰਦਿਆ ਮੇਰੇ ਬਾਪੂ ਹੈ, ਮੇਰੀ ਬੇਬੇ ਹੈ, ਨਿੰਦੀ ਜਾਓ ਨਿੰਦੀ ਜਾਓ। ਇਹ ਮੈਂ ਨਿੰਦਿਆ ਕਰਦੇ ਸਨ ਤਾਂ ਹੀ ਕਿਹਾ ਨਾ। ਗੁਰੂ ਨਾਨਕ ਦੇਵ ਆਪ ਲਿਖੇ, ਕੋਈ ਆਖੇ ਭੂਤ ਨਾ ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰ। ਕਹਿੰਦੇ ਮੈਨੂੰ ਕੋਈ ਭੂਤ ਨਾ ਕਹਿੰਦੇ ਇਹ ਤਾਂ ਭੂਤ ਹੈ, ਬੇਤਾਲਾ ਕਹਿੰਦੇ ਇਹ ਤਾਂ ਪਾਗਲ ਹੈ। ਵੀ ਤਾਂ ਜਿਹੜੇ ਜੀ ਸੁਰ ਤਾਲ ਉਖੜੀ ਹੋਈ ਹੈ, ਇਹ ਤਾਂ ਪਾਗਲ ਹੈ। ਕਿਉਂ? ਗੁਰੂ ਨਾਨਕ ਦੀ ਸੋਚ ਸੰਸਾਰ ਤੋਂ ਕਈ ਸਾਲ ਐਡਵਾਂਸ ਸੀ। ਜਦੋਂ ਸਾਡੀ ਸੋਚ ਆਮ ਲੋਕਾਂ ਨਾਲ ਅੱਗੇ ਹੋਵੇ ਨਾ, ਅਸੀਂ ਉਹਨਾਂ ਲਈ ਪਾਗਲ ਹਾਂ। ਕਿਉਂ? ਉਹਨਾਂ ਨੂੰ ਸਾਡੀ ਗੱਲ ਹੀ ਨਹੀਂ ਸਮਝ ਆਉਣੀ। ਜਿਵੇਂ MA 5ਵੀਂ ਦਾ ਬੱਚਾ ਹੈ, ਉਹਦੇ ਅੱਗੇ MA ਦੀਆਂ ਗੱਲਾਂ ਕਰੀਏ, ਉਹਨੂੰ ਸਮਝ ਆਵੇਗੀ? ਨਹੀਂ ਆਵੇਗੀ। 5ਵੀਂ ਦੇ ਬੱਚੇ ਨਾਲ ਗੱਲਾਂ ਕਰ ਲਈ, 5ਵੀਂ ਦੇ ਲੈਵਲ 'ਤੇ ਆਉਣਾ ਪੈਣਾ। 58 ਸਾਲ ਦਾ ਟੀਚਰ ਹੋਣ ਵਾਲਾ ਹੈ, ਉਹ 5ਵੀਂ 6ਵੀਂ ਜਮਾਤ ਨੂੰ 12-13 ਸਾਲ ਦੀ ਉਮਰ ਵਾਲੇ ਪੜ੍ਹਾ ਰਿਹਾ। ਇਹ 58 ਸਾਲ ਉਮਰ ਹੈ, ਪੜ੍ਹਾਉਣਾ 10-12 ਸਾਲ ਵਾਲੇ ਨੂੰ। ਨਹੀਂ ਗੱਲ ਬਣੇਗੀ। ਉਹਨੂੰ ਨਾ ਆਪਣੇ ਆਪ ਨੂੰ 5ਵੀਂ ਵਾਲੇ ਤੱਕ ਲਿਆਉਣਾ ਪੈਣਾ। ਵੀ ਜਦੋਂ ਮੈਂ ਛੋਟਾ ਹੁੰਦਾ ਸੀ, ਇੰਨੀ ਉਮਰ ਦਾ ਸੀ, ਮੇਰੇ ਮਨ 'ਚ ਕੀ ਵਿਚਾਰ ਆਉਂਦੇ ਸਨ, ਉਹ ਆਪਣਾ ਬਚਪਨ ਯਾਦ ਕਰੇ, ਫਿਰ ਤਾਂ ਆਪਣੇ ਵਿਦਿਆਰਥੀਆਂ ਨੂੰ ਠੀਕ ਪੜ੍ਹਾ ਸਕਦਾ। ਅਤੇ ਨਹੀਂ ਤਾਂ ਬੁੱਢਿਆਂ ਦੀ ਆਦਤ ਸਿੱਖਿਆ ਦੇਣਾ। ਹੁਣ ਬੱਚਾ ਹੁਣ ਤਾਂ ਸ਼ਰਾਰਤ ਵੀ ਕਰਨੀ ਹੈ। ਬੁੱਢਾ ਕਹਿੰਦੇ ਨਹੀਂ, ਇਹ ਸ਼ਰਾਰਤੀ ਨਹੀਂ ਹੋਣਾ ਚਾਹੀਦਾ, ਜੇ ਮੈਂ ਸਿਆਣਾ ਐ ਹੋਣਾ ਚਾਹੀਦਾ। ਵੀ ਭਲਾ ਮਾਨਸਾ, ਤੂੰ ਵੀ ਤਾਂ ਬਚਪਨ 'ਚ ਇਹੀ ਖੁਸ਼ੀ ਕਰਦਾ ਰਹੇ, ਇਹੀ ਖੁਸ਼ੀ ਕਰਦਾ ਰਹੇ। ਜਦੋਂ ਸਾਨੂੰ ਸਾਈਕੋਲੋਜੀ ਪੜ੍ਹਾਉਂਦੇ ਸੀ, ਇਹੀ ਕਹਿੰਦੇ ਸੀ ਆਪਣੇ ਲੈਵਲ ਨੂੰ ਹੇਠਾਂ ਲਿਆਓ, ਆਪਣੇ ਆਪ ਨੂੰ ਨਾ ਉਸ ਉਮਰ 'ਚ ਲੈ ਕੇ ਜਾਓ ਜਿਸ ਉਮਰ ਦੇ ਬੱਚਿਆਂ ਨੂੰ ਤੁਸੀਂ ਪੜ੍ਹਾ ਰਹੇ ਹੋ, ਤਾਂ ਤੁਹਾਨੂੰ ਪਤਾ ਲੱਗੇ ਉਹਨਾਂ ਦੀ ਕੀ ਭਾਵਨਾਵਾਂ ਨੇ, ਤੁਹਾਡੀਆਂ ਕੀ ਭਾਵਨਾਵਾਂ ਸਨ। ਜੇ ਤੁਸੀਂ 15-16 ਸਾਲਾਂ ਦੇ ਸੀ, 17-18 ਸਾਲਾਂ ਦੇ ਸੀ, ਤੁਹਾਡੀਆਂ ਕੀ ਭਾਵਨਾਵਾਂ ਸਨ, ਤੁਸੀਂ ਟੀਚਰ ਤੋਂ ਕੀ ਚਾਹੁੰਦੇ ਸੀ, ਤੁਸੀਂ ਸਮਾਜ ਤੋਂ ਕੀ ਚਾਹੁੰਦੇ ਸੀ। ਉੱਥੇ ਲਿਆਵਾਂਗੇ ਆਪਣੇ ਲੈਵਲ ਨੂੰ, ਤਾਂ ਅਸੀਂ ਬੱਚੇ ਨੂੰ ਸਮਝ ਸਕਾਂਗੇ ਅਤੇ ਠੀਕ ਪੜ੍ਹਾ ਸਕਾਂਗੇ। ਹੁਣ ਕਬੀਰ ਸਾਹਿਬ ਦਾ ਲੈਵਲ ਉੱਚਾ ਹੈ, ਇਹ ਲੋਕਾਂ ਨੂੰ ਸਮਝ ਹੀ ਨਹੀਂ ਆਉਂਦੀ, ਕਹਿੰਦੇ ਤਾਂ ਪਾਗਲ ਹੈ। ਕਹਿੰਦੇ ਹੁਣ ਉੱਚੇ ਲੈਵਲ ਵਾਲਾ ਹੇਠਾਂ ਨਹੀਂ ਆਏਗਾ ਛੇਤੀ। ਕਿਉਂ? ਉਹ ਗਿਰਾਵਟ ਵੱਲ ਥੋੜ੍ਹਾ ਹੀ ਆਵੇਗਾ। ਉਹ ਇਹਨਾਂ ਕਮਲਿਆਂ ਵਾਂਗੂ ਥੋੜ੍ਹੇ ਕੰਮ ਕਰਨ ਲੱਗ ਜਾਏਗਾ। ਉਹਦਾ ਲੈਵਲ ਉੱਚਾ ਹੈ, ਇਸ ਲਈ ਲੋਕ ਨਿੰਦਦੇ ਨੇ, ਹੋਰ ਕੋਈ ਗੱਲ ਨਹੀਂ ਹੁੰਦੀ। ਇੱਕ ਵਾਰੀ ਮੇਰੇ ਜਦੋਂ ਆਮ ਆਵਾਜਾਈ ਸੀ ਪਰਮੇਸ਼ਰ ਦੁਆਰ ਵਾਲੇ ਨਾਲ, ਕੀ ਮਹਾਂਪੁਰਖ ਕੀ ਨਾਂ ਹੈ, ਹਾਂ, ਢੱਡਰੀਆਂ ਵਾਲੇ ਜਿਹਨੂੰ ਕਹਿੰਦੇ ਹਨ, ਜੋ ਮੇਰਾ ਆਮ ਆਵਾਜਾਈ ਸੀ, ਅਤੇ 'ਚ ਪਿਆਰ ਵੀ ਸੀ, ਬੜੇ ਸਾਲ ਰਿਹਾ। ਫਿਰ ਚਲੋ ਸਿਕਿਉਰਟੀਆਂ ਲੱਗ ਗਈਆਂ, ਆਵਾਜਾਈ ਘੱਟ ਗਈ, ਮਿਲਣਾ ਗਿਲਣਾ ਔਖਾ ਹੋ ਗਿਆ, ਕਈ ਸਾਲ ਹੁਣ ਹੋ ਗਏ। ਕਈ ਵਾਰੀ ਮਿਲਦੇ ਗਿਲਦੇ ਰਹਿਣਾ। ਮੈਂ ਕਿਹਾ ਜੀ ਦੱਸੋ ਜਰਾ ਵੀ ਤੁਸੀਂ ਇਸ ਪਾਸੇ ਕਿਵੇਂ ਆਏ। ਮੈਨੂੰ ਕਹਿੰਦੇ ਵੀ ਮੈਂ ਨਾ 8ਵੀਂ 'ਚ ਪੜ੍ਹਦਾ ਸੀ। ਮੈਂ 8ਵੀਂ ਦੀਆਂ ਗਰਮੀਆਂ ਦੀਆਂ ਛੁੱਟੀਆਂ 'ਚ ਸੰਤ ਕਰਮ ਸਿੰਘ ਜੀ ਰਾੜਾ ਸਾਹਿਬ ਦੇ ਨਾਲ ਹੀ ਉਹਨਾਂ ਦਾ ਡੇਰਾ ਹੈ, ਨੇੜੇ, ਰਾੜਾ ਸਾਹਿਬ ਦੇ ਨੇੜੇ ਹੀ ਹੈ, ਕਦੇ ਉਹਨਾਂ ਕੋਲ ਚਲਿਆ ਗਿਆ। ਪਿਛਲੇ ਜਨਮਾਂ ਦਾ ਕੋਈ ਸੰਬੰਧ ਹੋਣਾ ਨਾ, ਪਿਛਲੇ ਜਨਮਾਂ ਦੇ ਸੰਬੰਧਾਂ ਕਾਰਨ ਹੀ ਸਾਨੂੰ ਕੋਈ ਗੁਰੂ ਦੂਜੇ ਗੁਰੂਆਂ ਤੋਂ ਚੰਗਾ ਲੱਗਦਾ, ਕੋਈ ਸਾਧੂ ਦੂਜੇ ਸਾਧੂਆਂ ਤੋਂ ਚੰਗਾ ਲੱਗਦਾ। ਹੁਣ ਬ੍ਰਹਮ ਗਿਆਨੀ ਨੇ, 3 ਬ੍ਰਹਮ ਗਿਆਨੀ ਨੇ ਪੁੱਛਿਆ ਵੀ ਸੀ,
ਸੰਤ ਅਤਰ ਸਿੰਘ ਮਹਾਰਾਜ ਨੂੰ ਉਹਨਾਂ ਜਿਹੜੇ ਦੂਜੇ ਨੰਬਰ ਸੰਤ ਤੇਜਾ ਸਿੰਘ ਜੀ ਸਨ, ਇੱਕ ਦਿਨ ਪੁੱਛਦੇ ਸੰਤ ਅਤਰ ਸਿੰਘ ਜੀ ਮਹਾਰਾਜ ਨੂੰ ਵੀ ਜੇ ਇੱਕੋ ਸ਼ਹਿਰ 'ਚ 3 ਬ੍ਰਹਮ ਗਿਆਨੀ ਹੋਣ, ਆਪਣਾ ਇੱਕ ਬ੍ਰਹਮ ਗਿਆਨੀ ਨਾਲ ਪਿਆਰ ਹੁੰਦਾ, ਦੂਜੇ 2 ਨਾਲ ਕਿਉਂ ਨਹੀਂ ਹੁੰਦਾ? ਹੈਣ ਦੇ 3 ਬ੍ਰਹਮ ਗਿਆਨੀ। ਉਹ ਕਹਿੰਦੇ ਜਿਸ ਨਾਲ ਪਿਛਲੇ ਜਨਮਾਂ ਦਾ ਸੰਬੰਧ ਹੁੰਦਾ ਨਾ, ਸਿਰਫ ਉਸੇ ਨਾਲ ਹੀ ਪਿਆਰ ਹੁੰਦਾ। ਫਰਜ਼ ਕਰੋ ਤਿੰਨਾਂ ਨਾਲ ਹੀ ਤੁਹਾਡਾ ਕਿਸੇ ਜਨਮ 'ਚ ਸੰਬੰਧ ਨਹੀਂ ਸੀ, ਤੁਹਾਨੂੰ ਤਿੰਨੋਂ ਹੀ ਨਹੀਂ ਚੰਗੇ ਲੱਗਣਗੇ। ਆ ਜਿਹੜੇ ਸੰਤਾਂ ਨੂੰ ਨਿੰਦੇ ਰਹਿੰਦੇ ਨੇ, ਤਾਂ ਮਤਲਬ ਇਹਨਾਂ ਦਾ ਕਿਸੇ ਜਨਮ 'ਚ ਵੀ ਸੰਤਾਂ ਨਾਲ ਕੋਈ ਮੋਹ ਪਿਆਰ ਹੀ ਨਹੀਂ ਰਿਹਾ, ਕਿਉਂ? ਇਸ ਲਈ ਉਹਨਾਂ ਨੂੰ ਚੰਗੇ ਨਹੀਂ ਲੱਗਦੇ। ਕੁਦਰਤੀ ਗੱਲ, ਕਿਸੇ ਨਾਲ ਸੰਬੰਧ ਹੀ ਨਹੀਂ ਰਿਹਾ। ਮਗਰ ਕਹਿੰਦੇ ਇਸ ਲਈ ਉਹੀ ਸਾਨੂੰ ਬੰਦਾ ਚੰਗਾ ਲੱਗਦਾ ਹੈ ਜਿਹਦੇ ਨਾਲ ਸਾਡਾ ਪਿਛਲੇ ਜਨਮਾਂ 'ਚ ਚੰਗੇ ਸੰਬੰਧ ਰਹੇ ਨੇ। ਕਹਿੰਦੇ ਮੈਂ ਉਹਨਾਂ ਕੋਲ ਚਲੇ ਗਿਆ, ਉਹਨੇ ਮੈਨੂੰ ਚੋਲਾ ਪਾਤਾ। ਸਕੂਲ ਜਦੋਂ ਖੁੱਲ੍ਹੇ ਮੈਂ ਚੋਲਾ ਪਾ ਕੇ ਸਕੂਲ ਚਲਿਆ ਗਿਆ। ਟੀਚਰ ਕਹਿੰਦੇ ਕਾਕਾ ਚੋਲਾ ਪਾ ਕੇ ਨਹੀਂ ਆਉਣਾ, ਸਕੂਲ ਦੀ ਵਰਦੀ ਪਾ ਕੇ ਆਈ। ਮੈਂ ਕਿਹਾ ਜੀ ਮੈਂ ਤਾਂ ਚੋਲਾ ਹੀ ਪਾਉਣਾ, ਮੈਂ ਨਹੀਂ ਵਰਦੀ ਪਾਣੀ। ਕਹਿੰਦੇ ਦੇਖ ਕਾਕਾ, ਤੂੰ ਨਹੀਂ ਵਰਦੀ ਪਾਏਂਗਾ, ਦੂਜੇ ਬੱਚੇ ਕਹਿਣਗੇ ਅਸੀਂ ਵੀ ਨਹੀਂ ਪਾਉਂਦੇ, ਫਿਰ ਤਾਂ ਸਕੂਲ 'ਚ ਗੜਬੜ ਹੋ ਜਾਏਗੀ। ਜੇ ਅਸੀਂ ਤੈਨੂੰ ਕੁਛ ਨਹੀਂ ਕਹਿੰਦੇ ਅਤੇ ਦੂਜੇ ਬੱਚਿਆਂ ਝਿੜਕਦੇ ਹਾਂ ਤਾਂ ਇਹ ਵੀ ਮਾੜੀ ਗੱਲ ਹੈ ਵੀ ਇੱਕ ਨੂੰ ਤੁਸੀਂ ਕੁਛ ਨਹੀਂ ਕਹਿੰਦੇ, ਸਾਨੂੰ ਕਹਿੰਦੇ ਵਰਦੀਆਂ ਪਾ ਕੇ ਆਓ। ਇਸ ਲਈ ਜੇ ਤੂੰ ਵਰਦੀ ਨਹੀਂ ਪਾਵੇਂਗਾ ਅਸੀਂ ਤੇਰਾ ਨਾਂ ਕੱਢ ਦੇਣਾ। ਮੈਂ ਕਹੀ ਤੁਹਾਡੀ ਮਰਜ਼ੀ ਹੈ, ਮੈਂ ਤਾਂ ਵਰਦੀ ਪਾਣੀ ਨਹੀਂ, ਮੈਂ ਤਾਂ ਚੋਲਾ ਪਾਉਣਾ, ਨਾਮ ਕੱਟਣਾ ਕੱਢ ਦਿਓ। ਸਕੂਲ ਵਾਲਾ ਮੇਰਾ ਨਾਮ ਕੱਢਤਾ, ਮੈਂ ਪੜ੍ਹਨੋਂ ਹਟ ਗਿਆ ਅਤੇ ਉੱਥੇ ਕਰਮ ਸਿੰਘਾਂ ਦੇ ਡੇਰੇ 'ਚ ਲੈ ਗਏ। ਕਹਿੰਦਾ ਸਭ ਤੋਂ ਵੱਧ ਗਾਲਾਂ ਮੇਰਾ ਬਾਪ ਮੈਨੂੰ ਕੱਢਦਾ ਸੀ, ਕਹਿੰਦਾ ਭੁੱਖਾ ਮਰੇਗਾ। ਅਸੀਂ ਇਹਨੂੰ ਪੜ੍ਹਨ ਲਾਇਆ, ਇਹ ਚੋਲੇ ਪਾ ਕੇ ਲੱਗ ਗਿਆ ਫਿਰਨ, ਇਹ ਭੁੱਖਾ ਮਰੇਗਾ, ਕੀ ਖਾਏਗਾ ਇਹ? ਕਿ ਸਭ ਤੋਂ ਪਹਿਲਾਂ ਬਾਪੂ ਨੇ ਗਾਲਾਂ ਕੱਢਣੀਆਂ, ਰਿਸ਼ਤੇਦਾਰਾਂ ਨੇ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ, ਪਰ ਮੇਰੇ ਭਾਗਾਂ 'ਚ ਕੁਛ ਇਸ ਤਰ੍ਹਾਂ ਨਹੀਂ ਲਿਖਿਆ ਹੋਇਆ ਸੀ, ਮੈਂ ਨਹੀਂ ਕਿਸੇ ਦੀ ਪਰਵਾਹ ਕੀਤੀ। ਇਸ ਲਈ ਇਹ ਭਜਨ ਬੰਦਗੀ ਵਾਲੇ ਪਾਸੇ ਜਦੋਂ ਲੱਗਦੇ ਨਾ, ਇਹ ਬੜਾ ਕੁਛ ਸੁਣਨਾ ਪੈਂਦਾ। ਤਾਂ ਕਬੀਰ ਸਾਹਿਬ ਕਹਿੰਦੇ ਭਗਤ ਨਾ ਛਾਡੋ ਰਾਮ ਕੀ, ਭਾਵੇਂ ਨਿੰਦੋ ਲੋਕ। ਹੈ ਲੋਕੋ, ਭਾਵੇਂ ਤੁਸੀਂ ਮੈਨੂੰ ਨਿੰਦੀ ਜਾਓ, ਮੈਂ ਪਰਮਾਤਮਾ ਦੀ ਭਗਤੀ ਨਹੀਂ ਛੱਡਾਂਗਾ। ਕਿਉਂਕਿ ਗਿਆਨ ਹੋ ਗਿਆ ਨਾ ਕਿ ਅਸੀਂ ਆਈ ਭਗਤੀ ਕਰਨਾ। ਗਿਆਨਵਾਨ ਤੋਂ ਫਿਰ ਅਗਿਆਨੀ ਹੋਣਾ ਚੰਗਾ ਨਹੀਂ ਹੁੰਦਾ। ਜੋ ਗਿਆਨ ਹੀ ਹੋ ਗਿਆ ਫਿਰ ਦੁਬਾਰਾ ਅਗਿਆਨੀ ਬਣਨ ਦਾ ਕਿਆ ਫਾਇਦਾ ਹੈ? ਗਿਆਨ ਹੋ ਗਿਆ ਕਿ ਹਾਂ ਪਰਮਾਤਮਾ ਦੀ ਭਜਨ ਬੰਦਗੀ ਕਰਨ ਲਈ ਜੀਵਨ ਮਿਲਿਆ ਹੋਇਆ। ਬਹੁਤ ਸਾਰੀ ਦੁਨੀਆ ਜਦੋਂ ਮਰਨ ਲੱਗਦੀ ਹੈ ਤਾਂ ਉਹਨੂੰ ਪੁੱਛੋ ਵੀ ਜਿੰਨਾ ਤੂੰ ਜੀਵਨ ਜਿਵੇਂ ਇਹ ਕਾਹਦੇ ਲਈ ਜਿਵੇਂ? ਕੋਈ ਜਵਾਬ ਨਹੀਂ ਦੇ ਸਕੇਗਾ ਵੀ ਕਾਹਦੇ ਲਈ ਜਿਵੇਂ ਮੈਂ ਇੰਨੇ ਸਾਲ, ਕਿਉਂਕਿ ਉਹਨੂੰ ਪਤਾ ਹੀ ਨਹੀਂ ਕਾਹਦੇ ਲਈ ਜਿਵੇਂ। ਕਬੀਰ ਸਾਹਿਬ ਨੂੰ ਪਤਾ ਸੀ ਕਿ ਮੈਂ ਤਾਂ ਨਾਮ ਜਪਣਾ ਹੁਣ, ਇਸ ਲਈ ਕਹਿੰਦੇ ਕੋਈ ਚੰਗਾ ਕਹੋ ਚਾਹੇ ਮਾੜਾ ਕਹੋ, ਕੋਈ ਬੁਰਾ ਕਹੋ ਕੋਈ ਭਲਾ ਕਹੋ, ਹਮ ਤਾਂ ਤਨ ਦੀਆ ਹੈ ਢਾਰ। ਕਹਿੰਦੇ ਅਸੀਂ ਤਾਂ ਆਪਣਾ ਤਾਣ ਹੀ ਗੁਰੂ ਨੂੰ ਅਰਪਣ ਕਰਤਾ, ਹੁਣ ਕੋਈ ਚੰਗਾ ਕਹੋ ਹੁੰਦਾ ਕਹੋ। ਜੇ ਲੋਕ ਵਡਿਆਈ ਕਰਦੇ ਨੇ, ਕਹਿੰਦੇ ਹੇ ਸੱਚੇ ਪਾਤਸ਼ਾਹ ਤੇਰੀ ਵਡਿਆਈ ਹੈ, ਮੇਰੀ ਵਡਿਆਈ ਥੋੜ੍ਹਾ ਹੀ ਹੈ, ਇਹ ਤਾਂ ਤੇਰੀ ਵਡਿਆਈ ਹੈ। ਪਰਮਾਤਮਾ ਨੇ ਜਿਹਦੀ ਵਡਿਆਈ ਕਰਾਉਣੀ ਬਸ ਉਹਦੀ ਕਰਾ ਦੇਣੀ ਹੈ। ਦੂਜੇ ਸੜੀ ਜੋ ਮੱਛੀ ਜੋ ਮਰਜ਼ੀ ਪੈ ਕਰੇ ਜੋ, ਬੜੇ ਸੜਦੇ ਮੱਚਦੇ ਨੇ। ਤੁਸੀਂ ਪਰਿਵਾਰ 'ਚ ਅਮੀਰ ਹੋ ਗਏ ਹੋ, ਕਈ ਪਰਿਵਾਰ ਦੇ ਜੀਅ ਤੁਹਾਡੇ 'ਤੇ ਸੜੀ ਜਾਣਗੇ, ਇਹ ਕਿਉਂ ਅਮੀਰ ਹੋ ਗਿਆ, ਹਾਏ ਓਏ, ਹਾਂ ਇਹ ਕਿਉਂ ਅਮੀਰ ਹੋ ਗਿਆ, ਇਹ ਤਾਂ ਸਾਡੇ ਤੋਂ ਗਰੀਬ ਚਾਹੀਦਾ ਸੀ। ਅਤੇ ਜੇ ਤੁਸੀਂ ਕਿਸੇ ਇੱਕ ਰਿਸ਼ਤੇਦਾਰ ਦੀ ਮਦਦ ਕਰਦੇ, ਦੂਜਾ ਵੀ ਸੜੀ ਜਾਂਦਾ, ਹਾਏ ਹੋਏ ਇਹਦੀ ਮਦਦ ਕਰਦੇ, ਸਾਡੀ ਨਹੀਂ ਕਰਦੇ। ਬੜੇ ਅਜੀਬ ਦੁਨੀਆ ਹੈ। ਇਸ ਲਈ ਦੁਨੀਆ ਦੀ ਬਹੁਤੀ ਪਰਵਾਹ ਨਹੀਂ ਕਰੀਦੀ ਹੁੰਦੀ। ਸਿਰਫ ਇੰਨਾ ਦੇਖਣਾ ਕਿ ਜੇ ਦੁਨੀਆ ਨਿੰਦ ਰਹੀ ਹੈ ਵੀ ਕੀ ਇਹ ਮੇਰੇ 'ਚ ਔਗਣ ਹੈ, ਜੇ ਹੈ ਤਾਂ ਫਿਰ ਛੱਡ ਦੇਣਾ ਚਾਹੀਦਾ, ਕਿਉਂਕਿ ਸੰਸਾਰ ਨੂੰ ਪਤਾ ਲੱਗ ਗਿਆ, ਫਿਰ ਛੱਡ ਦਿਓ। ਮੰਨ ਲਓ ਤੁਸੀਂ ਚੋਰ ਨਹੀਂ,
ਈਰਖਾ ਚਾ ਕੇ ਤੁਹਾਨੂੰ ਲੋਕ ਚੋਰ ਕਹਿੰਦੇ ਨੇ, ਕੋਈ ਪਰਵਾਹ ਨਹੀਂ, ਕਹੀ ਜਾਓ। ਤੁਸੀਂ ਚੋਰੀ ਕਰੋਗੇ ਤਾਂ ਹੀ ਕੋਈ ਫੜੇਗਾ ਨਾ ਤੁਹਾਨੂੰ, ਉਹਦੀ ਕੋਈ ਫੜੇਗਾ ਕੋਈ, ਕਹੀ ਜਾਓ ਚੋਰ, ਉਹਦੀ ਨਹੀਂ ਪਰਵਾਹ ਕਰੀਦੀ। ਪਰਵਾਹ ਉਹਦੀ ਕਰੀਦੀ ਹੈ ਤੁਹਾਡੇ 'ਚ ਕੋਈ ਨੁਕਸ ਹੈ ਅਤੇ ਉਸ ਨੁਕਸ ਬਾਰੇ ਉਹ ਲੋਕਾਂ ਨੂੰ ਦੂਜਾ ਦੱਸ ਰਿਹਾ ਹੈ, ਆਪਣੇ ਨੁਕਸ ਨੂੰ ਦੂਰ ਕਰ ਲਓ। ਉਹਨੂੰ ਦੂਰ ਕਰਕੇ ਤਾਂ ਹੀ ਕਹਿੰਦੇ ਨਿੰਦਕ ਹਮਰੇ ਕੱਪੜੇ ਧੋਏ। ਕਬੀਰ ਸਾਹਿਬ ਕਹਿੰਦੇ ਨਿੰਦਿਆ ਕਰਨ ਨਾਲ ਸਾਡੇ ਕੱਪੜੇ ਧੋ ਰਿਹਾ, ਭਾਵ ਸਾਨੂੰ ਅੰਦਰੋਂ ਸ਼ੁੱਧ ਕਰ ਰਿਹਾ। ਨਿੰਦਿਆ ਕਰ ਰਿਹਾ, ਅਸੀਂ ਫਿਰ ਵਿਚਾਰ ਕਰਦੇ ਹਾਂ ਵੀ ਇਹ ਜਿਹੜੀ ਮੇਰੀ ਨਿੰਦਿਆ ਕਰਦਾ ਕਿਸ ਗੱਲ 'ਤੇ ਕਰ ਰਿਹਾ, ਕਿ ਉਹ ਨੁਕਸ ਮੇਰੇ 'ਚ ਹੈ, ਜੇ ਹੈ ਤਾਂ ਮੈਂ ਉਹਦਾ ਕਹਿੰਦੇ ਬੜਾ ਧੰਨਵਾਦੀ ਹਾਂ, ਉਹ ਮੇਰੇ ਕੱਪੜੇ ਧੋ ਰਿਹਾ, ਮੇਰੀ ਸਫਾਈ ਕਰ ਰਿਹਾ। ਸੋ ਜੇ ਤਾਂ ਨਿੰਦਿਆ ਠੀਕ ਹੈ, ਸਵੀਕਾਰ ਕਰਕੇ ਆਪਣੇ ਆਪ ਨੂੰ ਠੀਕ ਕਰ ਲਓ। ਅਗਰ ਉਹ ਝੂਠ ਕਹਿ ਰਿਹਾ ਹੈ, ਈਰਖਾ 'ਚ ਆ ਕੇ ਤੁਹਾਡੀ ਨਿੰਦਿਆ ਕਰੀ ਜਾਣ ਦਿਓ। ਕੁੱਤਿਆਂ ਦਾ ਕੰਮ ਭੌਂਕਣਾ ਹੁੰਦਾ, ਆਪੇ ਭੌਂਕ ਕੇ ਹਟ ਜਾਣਗੇ। ਕਦੇ ਤੁਸੀਂ ਦੇਖਿਆ ਹਾਥੀ ਆ ਜਾਣਾ ਗਲੀ 'ਚ, ਹੁਣ ਹਾਥੀ ਕੁੱਤੇ ਨੂੰ ਕੁਛ ਨਹੀਂ ਕਹਿ ਰਿਹਾ, ਕੁੱਤੇ ਭੌਂਕੀ ਜਾਣਗੇ ਉਹਦੇ। ਮੈਂ ਕਈ ਵਾਰੀ ਹੈਰਾਨ ਹੁੰਦਾ ਕੁੱਤੇ ਨੂੰ, ਮੈਂ ਦੱਸ ਤੈਨੂੰ ਕੀ ਤਕਲੀਫ ਹੈ? ਹਾਥੀ ਤੈਨੂੰ ਕੋਈ ਕੁਛ ਕਹਿ ਨਹੀਂ ਰਿਹਾ, ਤੈਨੂੰ ਕੋਈ ਸੁੰਡ ਨਹੀਂ ਮਾਰ ਰਿਹਾ, ਕਿ ਤੈਨੂੰ ਕੋਈ ਪੈਰ ਨਹੀਂ ਮਾਰ ਰਿਹਾ, ਉਹ ਆਪਣੇ ਗਲੀ 'ਚ ਜਾ ਰਿਹਾ, ਤੂੰ ਉਂਝ ਹੀ ਭੌਂਕੀ ਜਾਂਦਾ। ਤਾਂ ਹੀ ਕਹਿੰਦੇ ਕਿਉਂ ਕੁੱਤੇ ਵਾਂਗੂ ਭੌਂਕੀ ਜਾਂਦਾ, ਆਦਤ ਹੁੰਦੀ ਕਈ। ਹਾਥੀ ਆਪਣੀ ਚਾਲ ਚੱਲਦਾ ਰਹਿੰਦਾ, ਕੁੱਤੇ ਭੌਂਕ ਕੇ ਹਟ ਜਾਂਦੇ ਨੇ। ਕੁੱਤੇ ਦੀ ਤਾਕਤ ਨਹੀਂ ਵੀ ਹਾਥੀ ਨੂੰ ਵੱਢ ਖਾਣ ਵਾਲਾ, ਜੇ ਇੱਕ ਮਾਰਿਆ ਪੈਰ ਕੁੱਤੇ ਨੇ ਤਾਂ ਉਹ ਜਾ ਡਿੱਗਣਾ 2 ਕਿਲੋਮੀਟਰ 'ਤੇ। ਹਾਥੀ ਦੀ ਸੁੰਡ 'ਚ ਇੰਨੀ ਤਾਕਤ ਹੈ, ਉਹ ਦਰਖਤ ਪੁੱਟਦਾ ਜੜ੍ਹਾਂ ਤੋਂ, ਇੰਨੀ ਤਾਕਤ ਹੈ। ਸਾਡੇ ਵਰਗੇ ਸੁੰਡ 'ਚ ਬਲੇਟ ਕੇ ਨਾ ਇੱਥੇ ਸੁੱਟੇ ਨਾ, ਜੱਗੀ ਸਾਹਿਬ ਦੇ ਘੱਟ ਪਾ ਦੇਣਗੇ, ਐਡੀ ਦੂਰ ਸੁੱਟ ਦੂਗਾ, ਚੱਲ ਕਰਦਾ ਕੀ ਹੈ ਤੂੰ। ਸੋ ਇਸ ਲਈ ਪਰਵਾਹ ਨਹੀਂ ਕਰਦੀ, ਨਾਮ ਜਪੀ ਚਾਹੀਦਾ। ਆਪਣੇ ਜੀਵਨ ਨੂੰ ਠੀਕ ਕਰੋ ਅਤੇ ਚਲਦੇ ਤੁਰੇ ਜਾਓ, ਤੁਰੇ ਜਾਓ, ਆਪੇ ਲੋਕ ਤੁਹਾਡੇ ਨਾਲ ਰਲੀ ਜਾਣਗੇ। ਕਹਿੰਦੇ ਅਸੀਂ ਇਕੱਲੇ ਹੀ ਚੱਲੇ ਸੀ, ਸਮਾਂ ਪਾ ਕੇ ਕਾਫਲਾ ਹੋ ਗਿਆ। ਬੰਦਾ ਕਈ ਵਾਰੀ ਇਕੱਲਾ ਹੀ ਚੱਲਦਾ। ਸੰਸਾਰ 'ਚ ਬੜੇ ਉਹੋ ਜਿਹੇ ਲੋਕ ਹੁੰਦੇ ਨੇ, ਉਹ ਜਿਉਂ-ਜਿਉਂ ਪਤਾ ਲੱਗਦਾ ਨਾਲ ਰਲਦੇ ਜਾਂਦੇ ਨੇ, ਨਾਲ ਰਲਦੇ ਸਤਸੰਗੀ ਬਣਦੇ ਜਾਂਦੇ ਨੇ। ਇਸ ਲਈ ਕਹਿੰਦੇ ਭਗਤ ਨਾ ਛਾਡੋ ਰਾਮ ਕੀ ਭਾਵੇਂ ਨਿੰਦੋ ਲੋਕ। ਕਹਿੰਦੇ ਭਾਵੇਂ ਲੋਕ ਨਿੰਦੀ ਜਾਣ, ਮੈਨੂੰ ਆ ਗਈ ਸਮਝ ਕਿ ਜੀਵਨ ਦਾ ਉਦੇਸ਼ ਹੈ ਹੀ ਭਜਨ ਬੰਦਗੀ, ਇਸ ਲਈ ਮੈਂ ਭਜਨ ਬੰਦਗੀ ਨਹੀਂ ਛੱਡਾਂਗਾ। ਸਤਿਕਾਰਯੋਗ ਸਾਧ ਸਮਾਂ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।